ਸਰਬਣਾ ਖੀਰ ਪਿਲਾਇਆ, ਦੇਖੋ ਲੋਕਾਂ ਕੱਲ ਕੋ ਭਾਓ, ਕੱਲ ਕੋ ਪਿਲਾਈ ਆਪਣੀ ਮਾਂ। ਤਾਂ ਕਿੱਡੀ ਪੁੱਠੀ ਗੱਲ ਹੈ। ਜੇ ਹੁਣ ਦੀ ਵਿਆਖਿਆ ਸਹੀ ਹੈ, ਕਿਹੜੀਆਂ ਜਨਤਰਾਂ ਕਹਾਂ ਨਹੀਂ ਉਹ ਪੁੱਤ ਕੋ ਪਿਲਾਈ ਆਪਣੀ ਮਾਂ, ਉਹਦਾ ਉਦੋਂ ਵੀ ਨਾਲ ਚਲੀ ਗਈ ਗੱਲ। ਤੇ ਬੁਝਾਰਤਾਂ ਨੇ ਧਰਮ ਦੇ ਵਿੱਚ, ਸੰਸਾਰ ਦੇ ਵਿੱਚ ਤਾਂ ਕੰਮ ਹੋਏ ਨਹੀਂ ਸਕਦਾ, ਹੁੰਦਾ ਹੀ ਨਹੀਂ ਹੁੰਦਾ ਇਹ ਜਿਹਾ। ਜਦੋਂ ਸਰਬਣੀ ਖੀਰ ਪਿਆ, ਹੁਣ ਕੰਨਾਂ ਨਾਲ ਦੁੱਧ ਪਿਲਾਈ ਦਾ ਹੁੰਦਾ, ਕੰਨ ਤਾਂ ਦੁੱਧ ਪਾਈ ਦਾ ਪੀਕ ਪੈ ਜਾਂਦੀ ਹੈ, ਤੇ ਪਾਣੀ ਪਾਉ ਕੇ ਪਾਣੀ ਨਹੀਂ ਦੇਈਦਾ। ਸਰਬਣੀ ਲਿਖਿਆ ਹੋਇਆ, ਸਰਬਣਾ ਦਾ ਅਰਥ ਕਰਾਂਗੇ ਕੰਨ ਹੁੰਦੇ ਨਹੀਂ, ਪਰ ਅਸੀਂ ਤਾਂ ਕੰਨੇ ਕਰਦੇ ਟੀਕਾਕਰਨ ਤਾਂ ਕੱਢ ਕੀਤੇ ਨੇ। ਜਿਹੜੇ ਕਹਿੰਦੇ ਨੇ ਕਾਸ਼ੀ ਪੜ੍ਹਨ ਭੇਜੇ, ਬਿਰਬਲੇ ਕਾਸ਼ੀ ਦੀ ਭਾਸ਼ਾ ਵਿੱਚ ਸਰਵਣ ਕੰਨ ਹੁੰਦੇ ਨੇ, ਗੁਰਬਾਣੀ ਦੀ ਭਾਸ਼ਾ 'ਚ ਸਰਵਣ ਕੰਨ ਹੁੰਦੇ ਨਹੀਂ। ਕਾਸ਼ੀ ਦੇ ਸ਼ਾਸਤਰੀ ਭਾਸ਼ਾ ਦੇ ਵਿੱਚ ਕੰਨਾਂ ਤੋਂ ਬਿਨਾਂ ਖੀਰ ਪਿਆਇਆ ਹੋ ਹੀ ਨਹੀਂ ਸਕਦਾ। ਇਹ ਬੋਲੀ ਹੋਈ ਹੈ ਕਾਸ਼ੀ ਦੀ। ਜਿਨ੍ਹਾਂ ਨੇ ਗੁਰਮਤਿ ਨੂੰ ਖੂੰਜੇ ਲਾਉਣਾ ਸੀ ਨਾ ਪੰਡਤਾਂ ਨੇ ਵਿਸਵਾ ਦੇ ਟਾਈਮ ਤੋਂ, ਉਹਨਾਂ ਦੀਆਂ ਕਹਾਣੀਆਂ ਘੜੀਆਂ ਨੇ ਵੀ ਕਾਸ਼ੀ ਭੇਜੇ। ਉਹ ਕਾਸ਼ੀ ਤੇ ਤਾਂ ਸਾਰੇ ਖਿਲਾਫ ਹੈ, ਬਨਾਰਸ ਤੇ ਠੱਗ ਲਿਖਿਆ ਹੋਇਆ, ਪੰਡਤ ਨੂੰ ਮੂਰਖ ਲਿਖਿਆ ਹੋਇਆ, ਦੋ ਹੀ ਨੇ ਕਾਸ਼ੀ ਦੇ ਵਿੱਚ। ਉਹ ਸਾਰੇ ਨੇ ਬਨਾਰਸ ਦੇ ਠੱਗ ਨੇ, ਜਾਂ ਫਿਰ ਪੰਡਤ ਹੈ, ਪੰਡਤ ਮੂਰਖ ਹੈ, ਮੂਰਖ ਵਿਦਿਆ ਦੇ ਕਰਦਾ, ਮੂਰਖ ਪੰਡਤ ਇੱਕ ਬੁੱਤ ਉੱਜਤ, ਇੱਕ ਬੁੱਤ ਉੱਜਤ ਤੇ ਸਵਾਲ ਕਾਸ਼ੀ ਬੁੱਤ ਚ ਕੁਛ ਨਹੀਂ। ਉਹ ਸਾਡਾ ਵਿਦਵਾਨਾਂ ਨੇ ਸਿੱਖ ਲਈ ਇੱਕ ਬੁੱਤ ਉੱਜਤ। ਉਹ ਦਸ ਦਾ ਵਿਰੋਧ ਕਰਦੇ ਨੇ, ਆਪਸ ਵਿੱਚ ਹੀ ਝਗੜੇ ਕਰਦੇ ਨੇ। ਇਹ ਕਾਸ਼ੀ ਦਾ ਪ੍ਰਭਾਵ ਪਿਆ ਹੋਇਆ ਇਹਨਾਂ ਤੋਂ। ਗੁਰੂ ਘਰ ਤਾਂ ਗੁਰਮੁਖਤਾ ਕਰਦਾ ਹੀ ਨਹੀਂ ਸੀ। ਗੁਰੂ ਘਰ ਦੇ ਵਿੱਚ ਕੋਈ ਸਿੱਖਾਂ ਦਾ ਹੱਥ ਹੈ ਹੀ ਨਹੀਂ ਸੀ। ਆਹ ਗੱਲ ਜਿਹੜੀ ਸਿੱਖਾਂ 'ਚ, ਇਹ ਸਿੱਖਾਂ 'ਚ ਕਿੱਥੋਂ ਆ ਬੜੀ? ਇਹ ਕਾਸ਼ੀ ਦੀ ਮਿਹਰਬਾਨੀ ਹੈ, ਭਾਈ ਗੁਰਦਾਸ ਦੀ ਮਾਤਾ ਦੀ, ਉਹ ਸਾਖੀ ਦੀ ਮਿਹਰਬਾਨੀ ਹੈ ਤਾਂ ਬੜੀ ਹੈ। ਇਹ ਬਾਬਰਵਾਦ ਆ ਹੋਇਆ, ਬਾਬਰਵਾਦ ਹੈ ਸਿੱਖਾਂ 'ਚ। ਅੜੀ ਵਿਦਿਆ, ਵਿਦਵਾਨ ਵਿਦਿਆ, ਇਹ ਸਭ ਬਾਬਰਵਾਦ ਹੈ। ਬਾਬਰਵਾਦ ਸ਼ਾਸਤਰਾਰਥ ਕਰਦੇ ਹੁੰਦੇ ਸੀ। ਉਹਨਾਂ ਨੂੰ ਕਿਹਾ ਸੀ ਵਾਦੀ ਵਿਦਸਾ ਖੋਜੀ ਉਪਜਾਏ। ਉਹ ਪੰਡਤਾਂ ਨੂੰ ਕਿਹਾ ਸੀ ਵਾਦ-ਵਿਵਾਦ ਕਰਦੇ, ਸ਼ਾਸਤਰਾਰਥ ਕਰਦੇ ਸੀ ਨਾ, ਚਰਚਾ ਜਿਹੜੇ ਗੱਡੇ ਲੱਦੀ ਫਿਰਦੇ ਹੁੰਦੇ ਤੇ, ਉਹ ਸਾਡੇ ਉਹ ਆ ਵੜਿਆ, ਉੱਥੋਂ ਹੋ ਕੇ ਬਣਿਆ ਹੋਇਆ। ਇਹ ਤਾਂ ਉੱਥੇ ਗਏ ਨੇ ਸਾਰੇ, ਸਾਖੀਆਂ ਲਿਖਦੀਆਂ ਅੱਖਾਂ ਵੀ ਕੇ ਪੜ੍ਹੀ ਜਾਂਦੇ ਸੀ। ਉਹਨਾਂ ਦੇ ਏਜੰਟ ਆਏ ਹੋਏ ਨੇ, ਰਣਧੀਰ ਸਿੰਘ ਉਹਨਾਂ ਦੇ ਏਜੰਟ ਸੀ, ਬਾਬੂ ਤੇਜਾ ਸਿੰਘ ਉਹਨਾਂ ਦੇ ਏਜੰਟ ਸੀ, ਵਾਹਿਗੁਰੂ ਵਾਲੇ ਉਹਨਾਂ ਦੇ ਏਜੰਟ ਨੇ। ਇਹਨਾਂ ਨੂੰ ਸ਼ਾਇਦ ਵਾਹਿਗੁਰੂ ਵਾਲਿਆਂ ਨੂੰ ਨਾ ਪਤਾ ਹੋਵੇ ਵੀ ਅਸੀਂ ਕਿਹਦੇ ਏਜੰਟ ਹਾਂ, ਵੀ ਅਸੀਂ ਜੰਮੇ ਕਾਤੇ ਕਿਵੇਂ ਜੰਮੇ ਤੇ ਸਾਡੀ ਹੋਤ ਕਿੱਥੋਂ। ਇਹਨਾਂ ਨੂੰ ਸ਼ਾਇਦ ਗਿਆਨ ਹੋਣਾ ਹੋਵੇ ਉਸ ਗੱਲ ਦਾ, ਸਾਨੂੰ ਤਾਂ ਪਤਾ ਇਸ ਗੱਲ ਦਾ। ਇਹ ਧੀਰ ਬਲੀਏ ਕੌਣ ਸੀ? ਦੋ ਰਾਜਨਾਮੇ ਕਦੋਂ ਤੋਂ ਹੋਏ? ਦੋ ਕਿਸਮ ਦੀਆਂ ਵਿਚਾਰਧਾਰਾ ਕਦੋਂ ਤੋਂ ਹੋਈਆਂ? ਬੰਦੇ ਬਾਅਦ ਤੋਂ ਬਾਅਦ ਹੋਈਆਂ। ਮਾਸ ਖਾਣਾ ਕਦੇ ਨਹੀਂ ਖਾਣਾ, ਸਵਾਲ ਕਰ ਤੋਂ ਬਾਅਦ ਬੰਦੇ ਬਾਅਦ ਤੋਂ ਬਾਅਦ ਹੋਇਆ। ਬੰਦੇ ਬਾਅਦ ਨੂੰ ਤਾਂ ਖਾਇਆ ਤਾਂ ਹੁਣ ਭਾਸ਼ਾ ਦੇ ਛੱਡੇ ਹੋਏ ਨੂੰ ਉਹਨੇ ਡੇਰੇ ਤੋਂ ਜਾ ਕੇ ਬਤਾ ਕੇ ਰੱਖੇ ਤਾਂ ਦਾ ਉਹ ਛੱਡਾ ਹੋਇਆ। ਅੱਜ ਫਿਰ ਸਵਾਲ ਖੜਾ ਕਰ ਲਓ ਇਹਨਾਂ ਨੇ। ਆਹ ਗੱਲ ਜਿਹੜੀ ਪੁੱਠੀ ਲਿਖੀ ਹੈ, ਬਾਹਮਣ ਦੀ ਮੱਤ ਬਣਾਉਣ ਵਾਸਤੇ ਲਿਖੀ ਕਬੀਰ। ਇਹ ਕਹਿੰਦੇ ਜੋਏ ਖਸਮਾਂ ਚ ਆਇਆ। ਕਬੀਰ ਆਪਣੀ ਗੱਲ ਕਰ ਰਿਹਾ। ਖਸਮ ਕੌਣ ਹੈ? ਸੱਚ ਸਭਨਾ ਦਾ ਖਸਮ ਹੈ। ਮੇਰੇ ਅੰਦਰ ਸੱਚ ਪੈਦਾ ਹੋਇਆ, ਸੱਚ ਪ੍ਰਗਟ ਹੋਇਆ। ਉਹਦਾ ਕਿਵੇਂ ਕੀਤਾ? ਪਹਿਲਾਂ ਕੀਤਾ ਮੇਰੀ ਬੁੱਧੀ ਨੇ, ਮੇਰੀ ਬੁੱਧੀ ਸੀ ਉਹ ਫਿਰ ਪਹਿਲਾਂ ਕਰ ਦੇ। ਵਿਵੇਕ ਪੈਦਾ ਹੋਇਆ, ਵਿਵੇਕ ਬੁੱਧੀ ਨੇ ਪੈਦਾ ਕੀਤਾ। ਤੇ ਵਿਵੇਕ ਬੁੱਧੀ ਨਹੀਂ, ਵਿਵੇਕ ਦੀ ਔਰਤ ਹੈ, ਵਿਵੇਕ ਬੁੱਧੀ। ਮੈਂ ਕਰੋ ਜਿਹੜਾ ਮੇਰਾ ਗਿਆਨ ਸੀ, ਜਿਹੜਾ ਮੇਰਾ ਗਿਆਨ ਸੀ ਉਹਦਾ ਬੁੱਧੀ
पैदा किया हुआ सी ज्ञान साढ़े अंदर जो ज्ञान पैदा करते बुद्धि पैदा करती जो ज्ञान पैदा हो ही जाता एक टाइम ऐसा होता बुद्धि बदल जाती बुद्धि बदली पर जे पढ़ता रहे ना बोल मत फिर बुद्धि बदलेगी ज्ञान प्राप्त जाओगे तो फिर गुरबाणी छटाउंदी है संसार में एक दिन बुद्धि हौली हौली बदल के मन बदल के छड़ संसार में त्याग देते संसार को अच्छा ना त्याग देते संसारी सुखा त्याग देते वो बदल गया वो त्याग देता है लोग त्याग देता है चिंता को त्याग देता है क्रोध को त्याग क्रोध आपे त्याग होता क्रोध त्याग की लोड़ नहीं है क्रोध आप छुट जाता है वो भी छुट जाता है छेती हो छुड़वाने लोग क्या नहीं छोड़ती भुख दुनिया की बड़ियाई की हुक्का औखी है दुनिया की बड़ी छेती का औखी होने लगी बुरे का भला करना ये औखा बाकी का बच्चे छुट जाते हैं थोड़ा एक साढ़े खाते दो कई होर छुट जाते होंगे जो खासमा जाया जी मेरी बुद्धि सी ना पहला वो आई सी तो पैसे 45 लभनी सी ना सच नू लभनी सी वही कह रही थी सच समझने का खसम सच समझने का खसम कौन कहेगा वही बुद्धि बुद्धि सी ना पति परमेश्वर को नहीं बुद्धि कहनी थी वही कहती हिंदू माता ने परमेश्वर को पति कौन कहती थी वही बुद्धि कहनी थी उन्हें पति में पैदा कर लिया परमेश्वर ने प्रकट कर लिया अंदर शब्द गुरु ने प्रकट कर लिया सच्चे प्रकट कर लिया इस करके जो खसम है पैदा कर लिया वो खसम नहीं पैदा करके उसका वही बुद्धि करूंगा नहीं कहोगा वो खड़ी करूंगी जी सी बुद्धि जो साढ़े को मूल ज्ञान है मूल पैदा होता बिजनेस करता उसे ना पता होता संसार का तांता डाके डुके ना फिर बचन नहीं पता हेरा फिर कर रहा है जो हेरा फेरी करूंगा कट जाता है उसको ये ताना है यह नुकसान हो जाता है असांता वो तानी भी है ताने थोड़ा फेरी जाने को थोड़ा फेरी जाने को नहीं होता है वो तो नष्ट हो जाता है कि जड़ ताड़ी ने चेतन तन तन चेतन है नाम चेतन है नाम कार उसे आता ही नहीं होमे नावा नाल उसे जाता ही नहीं है सच उत्थे नहीं जाता जिते गड्डी हो जिते अंकार हो बलीनता हो उसे जाता ही नहीं भूत बाप खिलाया भूत कौन है भूत माने मन बुद्धि का भी पुत्र होगा ही होगा कितनी अवस्था हुई है ना बड़ी है अवस्था तो कितनी हो रही है बिल्कुल जो सतगुर है जिसकी सेवा हुई है वही तगड़ा होगा अब किसी पौधे की सेवा करते हैं पौधा बड़ा हो जाता है पौधे को फल लगता गुर सेवा गुर शब्द विचार जब मन बुद्धि ने गुर शब्द विचार की तो गुर सेवा हो तो गुर प्रगट हो गया सतगुर का जन्म हो गया यही गुर सतगुर बने जब इसका जन्म होया प्रगट होया सतगुर के जन्म गबन बटाया सतगुर का जन्म होने गुरु नानक ने कहा सतगुर के जन्म गबन बटाया इस गल इस तरीके से कहा है जन्म की नहीं किया मनबुद्धि ने बोल पहले तो मनबुद्धि ने सतगुर की सेवा दोनों ने की सतगुर की सेवा सफल है सफल होगी तो सफलता मिलेगी किसी को मिली है सफलता जो साधना यही सफलता और सफलता की है सफलता भी नहीं पता भी सफल की होता
है, सेवा सफल है, बार बार सेवा सफल है, बाजा पढ़ी जाते हैं पिछले सफल की है, वो सफलता नहीं दसी की है, इन्होंने कदे पता होगा दस गुर की सेवा सफल है, सफलता है, तो सफलता की मिलता की है केड़ी है सफलता, तेरी भी सफलता च बदल ले, पर जे को करे चेतो एक माने किसी तो करे तो सेवा सफल है। सच का सच अंदर प्रगट होंगे, मन जितया जाता है, मन जितना भी तो सफलता ही है, मन जितया जाता है, इनकार छुट जाता है, ओंकार छड़ता मन जित हार गया, ओंकार छड़ता मन ने अपनी हार मान ली। पूत बाप फिर बाप जरा होगा जो पहले माने उन्हें बड़ा किया, खिलाया उनका बड़ा करना, खिला को बड़ा करना या खराब पढ़ाना, जरा उनकी सेवा करनी खिलाया खीर पिलाया, हम सच्चे सतगुर बापे तुम्हारा पता तू है मेरा माता, ਉਹਦੀ ਜਿਹੜੀ सेवा करनी है, बीमार पैर में मैं तो मुझ पर करनी कुछ सेवा तारी कर रही है, तंदुरुस्ती खराब है, रोगी है, रोग ये बहुत पुराना रोग है, हमें रोग है, रोग है बनता बाद च पैदा होता है, रोग उसको नहीं है, मनु कालू रोग है, मनु सवा नहीं हो में चाया हो में गया और जो ऐसे हो गया और हम चलता जाता है रोगी है, वो रोग रात किया तंदुरुस्ती खातर तत्व ज्ञान बच्चे का दिता उन्होंने गुरबाणी का समझ के ज्ञान देखा तो उसको थाली समझ के बुद्धि ने जिन्हें आप छिल के कोई चीज देने बूझ पाने बीमार से जूस कट के देने फिर तंदुरुस्त हो मेरी सरबनी पिलाया दुध पिलाया पर कल तो है नहीं उधर सतगुर के गल है नहीं, गल तो मनबुद्धि में रहे शरीर शरीर नहीं है, निराकारी शरीर है, दुध का पिलाया, दुध की है जोड़ा इन्हों निचोड़ कढ़िया गुरबाणी उन्होंने दसिया ही उन्होंने तो निचोड़ कढ़ के जो दसिया वो तक पहुंचा, वो बिना कन्ने नहीं पहुंचा, वो अंदर कन्न होंगे ही नहीं, जब चित्तर मनबुद्धि में गल करनी तो कन्ने की लोड़ नहीं है, कन्नों की लोड़ ज्यादा या बाहरली गल होती है किसी होर बंदे की, जब घर च गल करनी है फिर कन्न की लोड़, फिर तो अंदर ही हो जाती है गल, मैं इधर जावा तो ना जावा तो कन्ने की लोड़ है, जब आदमी सोचता मैं करा कब तो कन्ने की लोड़ है, तो कन्ने की किसी लोड़ है, तो अपने अंदर गल है, जब शब्द विचार करनी है तो कन्ने की लोड़ कोई नहीं है, जी विचार करके गल सुन ली जी रख दी ना सामभ के वो सतगुर के पेट च रखी गई, वो सतगुर की बेटी उन्हें दिल ली खा ली, उन्हें जमा कर ली। कल नहीं कल है कल देखो लोग कल को देखो कल जो थी ना मार बन काला है चलिए बापू जी ने बोलो गले भी तैयारी होनी है, हाँ कली को भावा कल ही माधू कहने ने तो कोई नहीं भुख कहने भुख भाव भुख होती है सुत मुकलाई अपनी बहु, सुत ने मन ने अपनी बुद्धि का विस्तार करता,
बुद्धि बढ़ा ली, बुद्धि का दायरा बड़ा करता। जो कराई होता वह दायरा बड़ा करना, उसे जुतियां बना देंगे सी कि जितने पैर वाली ज्यादा कहना भी इन्हें मुख नहीं करते, पैर घुटती है। वो फिर उन दिल्ली करके कलबूत लकड़ के होंगे सी दे देता, वो रख लो 2-4 घंटे, फिर उत्थे चमड़ा बध के टिक जाता। बुद्धि का विस्तार किया, बुद्धि का दायरा जोड़ा तंग दायरा से बुद्धि का विशाल करती बुद्धि। बुद्धि ऐसी करती चांदन ऐसा करता जैसे तारू पर आकाश, रूप ज्ञानी के बड़े प्रकाश है जैसे तारू पर। मन ऐसा लग्या जुड़िया गुरबाणी से, मन ही नहीं फिर करता। मन ऐसा जुड़िया गुरबाणी के नाल सारा संसार को ऐसा गुरु अमरदास का मन जुड़िया संसार को, ऐसा गुरु अमरदास का मन जुड़िया सब कुछ को। नाम के बन गया, नाम के पास खाई था ऊपर साहब ऐसे तो पढ़ाई अपनी भाव, यानी सोचो कि नाम को न केंद्र नानक का सुते सी असल च हो, उनका सुते हुआ अभी जो ज्ञान को गुरु बनते हैं, ज्ञान गुरु ज्ञान ने उसके रूप विशाल कर पैरा पूरा विशाल। जो वोल्टेज ज्यादा है पर रोशनी दूर तक फैल गई, वैसा ही है ज्ञान वोल्टेज है। जो बुद्धि वोल्टेज बंदी नहीं है, बुद्धि समझ का दायरा दूर तक, सोच का दायरा नहीं उसको समझ जाएगा, सोच का दायरा गलत बने, सोच का दायरा नहीं उसका दायरा समझ जाते, सोच का तो दायरा नहीं सब पूरा नहीं है, सोच का दायरा नहीं होगा। ऐसे नहीं साड़ी बोली सोच का दायरा समझ का दायरा बड़ा बड़ा चाहिए, समझ का दायरा ये बड़ा है तो भी समझ बड़ी है। तो उसका कोई चलते जानता भी हो सकता ज़्यादा बड़ा होगा तो कोई दिखा सकूँगा, कोई बताना भी कैसे भी कहाँ कर सकूँगा, कोई सोच का दायरा देगा होगा, सभी का दायरा चलना होगा। इतना ही नहीं पता कुटवाल उड़ना सभी का सोच फंसती है, सोचता नहीं होगा ना वो जितनी बड़ी होगी नहीं देगा ताई ना कोई सोचे सोचना होगा, सोचते समझ नहीं होगी उसकी, समझ विचारे थे होती है, सोच बच्चों समझ नहीं पैदा हुई करो, खोज बच्चों समझ पैदा हुई है, सोच बच्चों समझ नहीं पैदा हुई, खोज बच्चों समझ पैदा हुई, खोज बच्चों समझ पैदा हुई है। खोजा है जब तक खोजा है, ये जब तक पहुंचे ने खोजे देती है, जहाँ पहुंचे ने खोजे देती है खोजिए। सोचे तो पहला भी है कि चंद्र को चालू मत दो तो खोज दी, कभी ने भी चंद्र वाले बहुत कुछ होगा खोज दी, समझ नहीं थी कल्ली सोच के समझ नहीं होती, अज्ञानता होती है, सोच अज्ञानता वालों में खोज ये नहीं होगी है, वो ज्ञान हो खोज बूझ जब करते तो पारा खोज में कई कुछ बुझा जाऊंगा, कोई तो बोले कभी बुझा जाऊंगा, कोई पहला नहीं की बुझे अंग्रेजी सकता वो लिखे अभी मामूल बच्चे ने पगाओ मिलो पैरों से मिलो पागल से पैर पागो तो पगा निकलो वो तो पागड़ी पगड़ी बनाता ऐसे पागड़ू पैर ऐसे पगा देखो बहुत ऐसे पगा करें लगे पगा पैरा मिलो गुस्सा मिलो ना पैरा मिलो रफ्ते मारता सोचा छाला मारता छाला नहीं मारता कुर्सियाँ मारता है छाला मारता है
कुड़ी आंदा टपूसी मार दी जो कोई टपूसी मारदा आदमी बिना लत्तां तो नहीं बजदी आदमी ने टपूसी मार लूगा पर जब टपूसी मारदा पैरों लत्तां की जोड़ नहीं मारदा कहते मन तो टपूसी मारदा मन मोटा है पैर है जी नहीं कोई गल दसना यह है तो शरीर तो है निराकारी नचता भी है टपूसे भी मारता टूटा है कोई अंदरली गल है तो दूजे गल ठीक है जागे आदमी की यह भी गल नहीं पैर है नहीं टपूसियां मारता कौन मारता मारे नहीं सकता फिर विचार शुरू गल की है ठीक होता ठीक नहीं होता है उन्हें जगाया उन्होंने कहा कि उल्टी गल करके जगाया उल्टी गल करके विचार शुरू करे विचार भी नहीं किए मोती खड़ा है ना रस्ते को मोती मार के दूसरे शुरू क्या होया कितना देखा जाए बिना पैरों के टपूसे मारता मैं पैर छुट्टी लोटा देखोगे नाचने में नाचना है विभूति देखना चाहती है मानसिक नाचे मनु नाल लेकर नचे बढ़ता कोई कुड़ी फिरता बढ़ता मार फिर शरीर में या लड़के मारना सीधा है तो शरीर मारना अड्डा दोनों नाचे दोनों नाचा तो हर सौ नाचा हाँ सारा कुछ कर सकता है उन्होंने जो करते थे दोनों मायन के लिए नचन करो वो करते हो नचन में उर्दू समझ देने है भक्ति है भक्ति है जो रहा जोगी रामदेव का जो गया रचना है शरीर जुड़ते अकाउंट धर्म कहते ये भी रामदेव वाला जो शरीर नहीं जुड़ते वो सारा जो शरीर वाले जो रागू का बना बोलो कहीं रागी जो रागी रोगी कोई बताने दर्शन के खिलाफ है दस पुराण से रोगी कहने रागी थी गुरु की गल है रागी रोगी होता है सिख रोगी कहने लग जाए रागी वो कहने गुरु का है नहीं ग्रंथ गुरु का ग्रंथ से नहीं मुकर जाए तो बड़ी बेइज्जती होती है अपनी बेइज्जती बचाओ वास्ते लगे रहने हो ये रोगी हो रागी लालची है रोगी आपे रागी उपकारी है रोगी आपे मैं बता रागी उपकारी है बदले में शरीर है नहीं खड़खड़ हंसा शरीर है नहीं हंसा और शरीर तो बिना किमें होगी मुँह ना निकले ना हंस सकता ये भी गल है मुँह नहीं हंसा अंदर हंसना अंदर होगा हंसा रोना अंदर होगा कल भूत होता प्रगट होती है हर एक चीज बोलना हंसना गाना रोना ये मुँह प्रगट जरूर होता है पर मुँह पैदा नहीं करता जलना सारा जलने वाले सारा बदन है जो जला बदन सारा हुआ दिल तो सारा शरीर पैदा हो बदन ही लिखा अल्लाह को बदन क्यों लिखा मुँह लिख दे दो जीव लिख दे दो की गल है बदन लिखे उतो मुँह में दिल विद्वान का तो विद्वान की जान भी मुँह का तो क्या बदन का तो पता बदन की हो गया वो क्यों हो गया क्यों है तो है
ਸਰੀਰ ਤੇ ਮੈਂ ਨਹੀਂ ਬਣਾ असली नहीं है या दही आदमी नहीं है वो वही नहीं है वो दही देखता फिर कर हादसा नींद है नहीं जितना बना रास्ता होगा ऐसा सुनता नींद है नहीं और नींद नहीं है सानू हो रही है जरा उन्होंने नींद क्या आई हुई है वो भुलिया होया ਜਿਹੜਾ ਕੰਮ ਕਰਨ ਆਇਆ ਨਾ ਉਹ ਭੁੱਲ ਗਿਆ ਤਾਂ ਖੇਡਦਾ ਕਦੋਂ ਟਾਈਮ ਦਿੱਤਾ ਹੋਇਆ ਉਹ ਭੁੱਲ ਗਿਆ ਉਹ ਦੁਆ ਨਾਲ ਦਾ ਕਹਿੰਦਾ ਸੁੱਤਾ ਪਿਆ ਤੂੰ ਆਪਾਂ ਤਾਂ ਜਦੋਂ ਜਾਣੇ ਸੀ ਸੁੱਤਾ ਦਾ ਪਿਆ ਨਹੀਂ ਤਾਂ ਖੇਡਦਾ ਉਹ ਸੁੱਤਾ ਪਿਆ ਕਹਿੰਦੇ ਉਹਨੂੰ ਭੁੱਲੇ ਉਹਨੂੰ ਸੁੱਤਾ ਹੋਇਆ ਕਹਿੰਦੇ असल जो भुलिया ही सुन शाम पर कैसे भुल जाते हो जी पिछले जुड़े हुए सुनना चाहिए क्या सोबर जागरण बहुत प्रकार सोबर जागरण कई प्रकार का आ सोना नहीं है कई तरीके ने भुल गए सी सौंदे भी भुल जाते जागते भी भुल जाते हो जागते सुपने भी देख लेंगे हो सुपने जागते नहीं देखते उसे सौंदे देखते सुपने भी दो प्रकार का देना एक रहने का सपना क्या कैसे सपना रहने का पास हो संसार वो संसार सब रहा है सपना पर असली सपना तो बनते नहीं वो सपने को जागते देखते भी सपने तो कल हो गए एक सुते का हो गया एक जागने का हो गया एक सुपने का वो आ गया सब याद है नहीं वो गुरबानी याद करा रही है सपने वो सपने वाले ज्ञानी गुरबानी कह रही है वो सिमरन करा रही है सपने सिमरन चेता करा रही है वो सपना है जगा रही है तो गुरबानी कोई भी सपने काल सपने जो कहते हैं वो बीजेपी राज का सपना छड़ दो फलानी पार्टी सपने बंद करे सपने ही है बोली है साड़ी ठीक बोलते हैं वो कई प्रकार के सपने तो तीन प्रकार के हो गए एक प्रकार का सौ जब होगा एको प्रकार का क्यों बनया हुआ टीकाकरण में टीकाकरण में दो तीन परिवार देखे थे सुते पे सुते ही पे ने टीकाकरण काशी माता ने सुते पे ने एको प्रकार का टीका बंदे नहीं सुनो संसार में सपना काशी माता नहीं बनती शास्त्र नहीं बनया हुआ लगातार बड़े नुकसान की चिंता की हुई है बड़े नुकसान की चिंता है बनते हैं 6 प्रकार की चिंता दुखदारी सुखरोग नहीं बनती काशी में दुखदारी सुखरोग क्या काशी में नहीं बनती तो काशी की बन गए थे पुठी बुलाई बन गए थे बन गए थे पुण्य बाप बन गए थे पुण्य बाप ਨੂੰ काशी मत बनती है काशी वाले बंदे नहीं बनते पढ़ की गए थे काशी दर्शन तो भैया बढ़ गए थे पुट्ठी बस बढ़ गए थे काशी जो गए थे काशी ना सारी गल साड़ी पुट्ठी काशी साखता दी मत कबीर कहते साखत मरे संत सब जीवे फिर काशी की गल करी जाते असल जन पता नहीं पुठे आदि चपेट साढ़े पैन वाली है पिछले कहने गए ना काशी उन्होंने नहीं पता भी चपेट तैयार हो गई पुठे आदि पैर नूं पुठे आदि चपेट पैदी है फिर पता लगू पुठे आदि चपेट जब पऊगी फिर पता लगू काशी मत की जो हम सही नहीं सी सानू पता तुहाडी हुण तक चल गई हुण नहीं चलना कुछ भी तुहाडा हुण तां समझ लग गई सारी गल समझ लग गई समझ तो खैर काफी देर की लगी हुई है
कुछ ऐसिया गल्लां सीआं जिन्हां दी पूरी बुझारतां पूरियां बुझियां नहीं सी मैनूं। कुछ ऐसिया बुझारतां सीआं जिहड़ियां बुझियां गुरबाणी वालियां नहीं सी बुझियां गईयां। काशी वाले नूं पता सी। हुण गुरबाणी वालियां बुझारतां जिन्हां नूं बुझ के दस नहीं दिंदे उन्हां चਿਰ ਉਹ ਗੱਲ ਦਾ पूरा असर नहीं सी पैंदा। ਉਹ ਗੱਲ ਦਾ पूरा असर नहीं सी पैंदा। हाँ जी ਨਿਦਰਾ ਬਿਨੁ ਨਰ ਪੈ ਸੋਵੈ नर पै के सौदा ਬਿਨ ਬਾਸੁਰ ਫਿਰ ਬਿਲੋਵੈ। नर जेड़ा है नर कौन है? ਉਹ ਅਬਦੁੱਲਾ नर है। नर गढ़ बकंदल च जेड़ा ਉਹੀ है नर पता एक ਹੁੰਦਾ ਸੀ ਨਾ ਫਿਰ ਉਹ ਸੁੱਤਾ ਹੋਇਆ ਭੁੱਲਿਆ ਹੋਇਆ ਸੁੱਤਾ ਹੋਇਆ ਸੁੱਤਾ ਨਹੀਂ ਹੋਇਆ ਉਹ ਅਸਲ ਚ ਸਤਿਗੁਰ ਨੂੰ ਜਾਗਦਾ ਦਿਓ ਕਿਹਾ ਇੱਕ ਪਾਸੇ ਤਾਂ ਉਧਰਲੇ ਨੂੰ ਸਤਿਗੁਰ ਜਾਗਦਾ ਹੈ ਦਿਓ। ਇਹ ਸੰਸਾਰ ਦੇ ਹਿਸਾਬ ਨਾਲ ਜਾਗਦਾ ਸੰਸਾਰ ਦੇ ਹਿਸਾਬ ਨਾਲ ਜਾਗਦਾ ਸਾਹ ਲੈ ਲਿਆ। ਇੱਕ ਬਾਤ ਅਸੀਂ ਸਾਹ ਲੈ ਰਿਹਾ ਇੱਕ ਪਾਸੇ ਕਹਿੰਦੇ ਨਰਪਤੇ ਗੁਰੂ ਦਾ ਸਰ ਸੋਇਆ ਸੁਪਨੇ ਪਿਆ ਬੁਖਾਰੀ ਇੱਥੇ ਕੋਈ ਫਸ ਗਈ ਆ ਕੇ ਇੱਕ ਪਾਸੇ ਨੂੰ ਸੁੱਤਾ ਮਿਲ ਲਿਆ ਇੱਕ ਪਾਸੇ ਨੂੰ ਜਾਗਦਾ ਮਿਲ ਲਿਆ। ਸੰਸਾਰੀ ਨੀਂਦ ਨਹੀਂ ਹੈ ਉਹਨੂੰ ਨਿਰਾਕਾਰੀ ਨੀਂਦ ਹੈ। ਨਿਰਾਕਾਰੀ ਦੁਨੀਆ ਵਾਲੀ ਨੀਂਦ ਹੈ ਉਹਨੂੰ ਸੰਸਾਰ ਵਾਲੀ ਨੀਂਦ ਨਹੀਂ। ਸੰਸਾਰ ਵਾਲੀ ਨੀਂਦ ਨਹੀਂ ਹੈ ਉਹਨੂੰ ਨਿੰਦਰਾ ਬਿਨ ਕੇ ਸੰਸਾਰੀ ਨੀਂਦ ਉਹਨੂੰ ਕਿੱਥੇ? ਸੰਸਾਰੀ ਚਿੰਤਾ ਹੈ। ਚਿੰਤਾ ਨੀਂਦ ਨਹੀਂ ਆਉਣ ਦਿੰਦੀ। ਚਿੰਤਾ ਨੀਂਦ ਨਹੀਂ ਆਉਂਦੀ ਉਹਨੂੰ। ਸੰਸਾਰੀ ਚਿੰਤਾ ਵੀ ਇਹ ਸਰੀਰ ਚਲਿਆ ਗਿਆ ਬਹੁਤ ਕਮਾਈ ਤੋਂ ਬਾਅਦ ਸਰੀਰ ਮਿਲਿਆ ਜੇ ਸਾਹ ਲਾ ਲਿਆ ਇੱਕ ਵੀ ਸਰੀਰ ਖਤਮ ਹੋ ਜਾਊਗਾ ਤਾਂ ਨਹੀਂ ਸੌਂਦਾ। ਪਰ ਪੂਰੇ ਇਸ ਦੇ ਰਿਹਾ ਹੁਣ ਪਿਛਲੀ ਮਿਲਿਆ ਹੈ ਜਿੰਨੀ ਹਿਸਟਰੀ ਹੈ ਜਦ ਤੋਂ ਜਨਮ ਲੈਂਦਾ ਆਇਆ ਉਹ ਜਦ ਜਾਗੂਗਾ ਫੇਰ ਕਹੂਗਾ ਹਾਂ ਆਇਆ ਦੂਰੋਂ ਫੇਰ ਕਹੂਗਾ ਉਹ ਗੱਲ ਜਾਂ ਜਾਗੂਗਾ ਜਾਗੇ ਤੋਂ ਬਾਅਦ ਕਹੂਗਾ ਮੈਂ ਟੱਕੀ ਤਾਂ ਸੁਣਾਈ ਜੀ ਉਹ ਨਹੀਂ ਪਤਾ ਉਹਨੂੰ ਇਸ ਗੱਲ ਦਾ। ਸਾਹ ਲੈਣ ਦਾ ਹੀ ਪਤਾ ਸਰੀਰ ਨੂੰ ਜਿੱਦਾਂ ਰੱਖਣਾ ਪਤਾ ਉਹੀ ਬੁੱਧੀ ਹੈ ਨਾ ਸੰਸਾਰੀ ਸੰਸਾਰ ਦਾ ਹੀ ਗਿਆਨ ਹੈ। ਨਿਰਾਕਾਰੀ ਗਿਆਨ ਭੁੱਲ ਗਿਆ ਲੜ ਛੁੱਟ ਗਿਆ ਨਾ ਉਹ ਲੜ ਛੁੱਟਿਆ ਹੋਇਆ ਸ਼ਬਦ ਗੁਰੂ ਦਾ ਲੜ ਛੁੱਟਿਆ ਹੋਇਆ। ਸੰਸਾਰੀ ਚਿੰਤਾ ਹੈ ਲੇਕਿਨ ਜਿਹੜਾ ਕੰਮ ਆਇਆ ਤੇ ਇਹ ਨਹੀਂ ਚਿੰਤਾ ਹੈ ਜੀ। ਸੰਸਾਰੀ ਚਿੰਤਾ ਨੂੰ ਛੱਡ ਕੇ ਸੰਸਾਰੀ ਚਿੰਤਾ ਦੀ ਲਾਪਰਵਾਹੀ ਕਰਕੇ ਨਾਨਕ ਚਿੰਤਾ ਤਾਂ ਜਿੰਨਾ ਚਿਰ ਚਿੰਤਾ ਤੋਂ ਚਿੰਤਾ ਪੈਦਾ ਨਹੀਂ ਹੋਣੀ। ਇਹ ਚਿੰਤਾ ਛੱਡ ਦੇ ਇਹ ਸਾਹ ਤੇਰੀ ਬਗੈਰ ਚਿੰਤਾ ਦੇ ਵੀ ਆਉਂਦਾ ਰਹੂਗਾ। ਇਹ ਨਹੀਂ ਤੈਨੂੰ ਛੋੜ ਦਿੰਦਾ ਉਹ ਤੂੰ ਨਾ ਚਿੰਤਾ ਕਰ ਮੈਨੂੰ ਨੀਂਦ ਨਾ ਆਈ ਬਹੁਤ ਨਹੀਂ ਕਿਉਂਕਿ ਠੇਕਾ ਤਾਂ ਉਹਦਾ ਵੀ ਇੰਨੀ ਤੇਰੀ ਜ਼ਿੰਦਗੀ ਹੈ ਇਹ ਆਈ ਜਾਣੀ ਹੈ ਚਿੰਤਾ ਇਹ ਸਾਹ ਆਈ ਜਾਣਾ ਇਹਦੀ ਚਿੰਤਾ ਨਾ ਕਰ ਤੂੰ ਕੰਮ ਕਰ ਜਿਹੜਾ ਕੰਮ ਕਰਨ ਵਾਲਾ ਜਿਹੜਾ ਕੰਮ ਕਰਨਾ ਉਹ ਕਰੋ। ਚਿੰਤਾ ਤੁਸੀਂ ਇਹ ਸਾਹ ਉਹਦੀ ਚਿੰਤਾ ਦਾ ਪਰਮੇਸ਼ਰ ਨੂੰ ਵੀ ਹੈ। ਗਰਭ ਚ ਕਿਹੜਾ ਸਾਹ ਹੁੰਦਾ ਤਾਂ ਜਾਬੀ ਤਾਂ ਜਿਉਂਦਾ ਹੀ ਸੀ ਉਹ ਪ੍ਰਭ ਆਵਾ ਮੈਨੂੰ ਸਾਹ ਤੇ ਰੱਖਦਾ ਤੂੰ ਫਿਕਰ ਨਾ ਕਰ ਨਾ ਸਾਹ ਆਇਆ ਤਾਂ ਵੀ ਉਹ ਨਹੀਂ ਬਦਲ ਹੁੰਦਾ ਤੈਨੂੰ ਇਹ ਤੂੰ ਚਿੰਤਾ ਨਾ ਕਰ ਜਿਉਂਦਾ ਰੱਖਿਆ ਨਹੀਂ ਉਹ ਅੰਦਰਲੇ ਨੂੰ ਆਪਣੇ ਬਾਹਰਲੇ ਨੂੰ ਨਹੀਂ ਹੈ। ਕੁਛ ਉਪਦੇਸ਼ ਅੰਦਰਲੇ ਨੂੰ ਹੈ ਕੁਛ ਉਪਦੇਸ਼ ਬਾਹਰਲੇ ਨੂੰ। ਹੁਣ ਅੰਦਰਲੇ ਨੂੰ ਉਪਦੇਸ਼ ਕਿਹੜਾ ਬਾਹਰਲੇ ਨੂੰ ਕਿਹੜਾ ਇਹਦਾ ਫਰਕ ਕੌਣ ਬੁਝੂ? ਕੁਛ ਨੂੰ ਅੰਦਰਲੇ ਚ ਨੇ ਕੁਛ ਬਾਹਰਲੇ ਚ ਨੇ। ਉਹਨੂੰ ਹੋਵਾ ਇਹਨੂੰ ਗਏ ਬਿਮਾਰੀਆਂ ਦੋਹਾਂ ਨੂੰ ਇਹਨੇ ਨਾ ਬਿਮਾਰੀਆਂ ਦੋਹਾਂ ਨੂੰ ਇੱਕੋ ਹੀ ਆਊ ਤਾਂ ਉਹਦੇ ਚ ਆਦ ਲੋਕ ਹੈ ਵਿਆਹ ਲੋਕ ਜਿਹੜੇ ਵਿਆਦ ਲੋਕ ਨੇ ਵਿਆਦ ਆਦ ਵਿਆਦ ਉਪਾਦ
ਆਦ ਰੋਗ ਤਾਂ ਹੈ ਅੰਦਰਲੇ ਨੂੰ, ਅੰਦਰਲਾ ਜਿਹੜਾ ਵਿਆਜ ਜਿੰਨਾ ਰੋਗ ਨੇ ਉਹਨੇ ਮਨ ਬੁੱਧੀ ਨੂੰ, ਦਿਲ ਨੂੰ। ਜਾਂ ਫਿਰ ਉਪਾਅ ਦੋ ਨੇ ਜਿਹੜੇ ਮਨ ਹੋਰ ਪੈਦਾ ਕਰੀ ਜਾਂਦਾ। ਉਹ ਜਿਵੇਂ ਸੰਤ ਪੈਦਾ ਕਰਦੇ ਨੇ, ਸੰਤ ਹੋਰ ਰੋਗ ਪੈਦਾ ਕਰਦੇ ਨੇ। ਸੰਤ ਬਣ ਕੇ ਜੇ ਪੁੱਠੇ ਕੰਮ ਕਰਦੇ ਹੋਰ ਰੋਗ ਪੈਦਾ, ਲੋਭੀ ਜ਼ਿਆਦਾ ਹੋ ਗਏ ਸੰਤ, ਲੋਕਾਂ ਨੂੰ ਪੁੱਠਾ ਪ੍ਰਚਾਰ ਕਰਦੇ ਨੇ, ਅਪਰਾਧੀ ਬਣ ਜਾਂਦੇ ਨੇ। ਲੋਭੀ ਹੋਣਾ ਹੋਰ ਗੱਲ ਹੈ, ਅਪਰਾਧੀ ਹੋਣਾ ਹੋਰ ਗੱਲ ਹੈ। ਲੋਭੀ ਅਪਰਾਧੀ ਨਹੀਂ ਹੁੰਦਾ, ਲੋਭ ਕਰਦਾ, ਆਪਣੇ ਕੰਮ ਦਾ ਲੋਭ ਕਰਦਾ। ਕੋਈ ਆਦਮੀ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਦਾ, 16 ਘੰਟੇ ਕੰਮ ਕਰਦਾ। ਉਹ ਕਹਿੰਦਾ ਲੋਭ ਨਾ ਹੋਇਆ ਕਰ ਭਾਈ, ਸਰੀਰ ਹੈ, ਸਰੀਰ ਖਰਾਬ ਹੋ ਜੂ, ਤੇਰਾ ਸਰੀਰ ਖਰਾਬ ਹੋ ਜੂਗਾ। ਇਹ ਆਪਣਾ ਹੀ ਨੁਕਸਾਨ ਕਰਦਾ ਨਾ। ਲੇਕਿਨ ਅਪਰਾਧ ਤਾਂ ਕੋਈ ਨਹੀਂ ਹੈ। ਜ਼ਿਆਦਾ ਕੰਮ ਕਰਕੇ ਪੈਸੇ ਕਮਾਉਣਾ ਲੋਭ ਅਪਰਾਧ ਨਹੀਂ ਹੁੰਦਾ। ਅਪਰਾਧ ਦੂਜੇ ਦਾ ਨੁਕਸਾਨ ਕਰਨਾ ਹੁੰਦਾ, ਦੂਜੇ ਦਾ ਹੱਕ ਮਾਰਨਾ ਅਪਰਾਧ ਹੁੰਦਾ। ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਜੇ ਸੰਤ ਹੈ ਉਹਦੇ ਵਾਸਤੇ ਉਪਦੇਸ਼ ਹੈ, ਸਿੱਖ ਵਾਸਤੇ ਉਪਦੇਸ਼ ਹੈ। ਦੂਏ ਨੂੰ ਸਿੱਖਿਆ ਦੇਵੇ, ਆਪ ਸ਼ਬਦ ਵਿਚਾਰ ਕਰੇ, ਆਪ ਜਪੇ ਆਪਣਾ ਨਾਮ ਜਪਾਵੇ। ਜੇ ਇਹ ਕੰਮ ਨਹੀਂ ਕਰਦੇ ਸੰਤ, ਫਿਰ ਅਪਰਾਧੀ ਨੇ। ਧਾਰਮਿਕ ਆਦਮੀ, ਹਰ ਆਦਮੀ ਧਾਰਮਿਕ ਅਪਰਾਧੀ ਹੈ ਸਿੱਖ। ਜੇ ਆਪ ਸ਼ਬਦ ਵਿਚਾਰ ਕਰਕੇ ਕਿਸੇ ਅਣਜਾਣ ਨੂੰ ਗੁਰੂ ਨੂੰ ਨਹੀਂ ਦੱਸਦਾ। ਵੀ ਹੋਰ ਜਿਹੜਾ ਇਹ ਸਿੱਖ ਬਣੇ ਤਾਂ ਹੀ ਬਣੂਗਾ ਜੇ ਸਿੱਖ ਮਾੜਾ ਮੋਟਾ ਜਿੰਨੀ ਉਹਦੇ ਕੋਲ ਗੱਲ ਹੈ ਉਹ ਗਾਹਾਂ ਦੱਸੂਗਾ। ਦੱਸੇ ਗੁਰਬਾਣੀ ਵਿਚਾਰ ਕੇ, ਝੂਠੀ ਸਾਖੀ ਦੱਸੇ ਨਾ। ਇੱਥੇ ਝੂਠੀਆਂ ਸਾਖੀਆਂ ਸੁਣਾਉਣ ਲੱਗੇ, ਸਭ ਕੁਝ ਫੇਲ ਕਰ ਲਿਆ। ਝੂਠ ਫੇਲ ਕਰ ਦਿੰਦਾ ਹੁੰਦਾ ਸਭ ਕੁਝ। ਸਿੱਖੀ ਫੇਰ ਤਾਂ ਹੋਈਆਂ, ਝੂਠੀਆਂ ਸਾਖੀਆਂ ਦਾ ਆਸਰਾ ਲੈ ਲਿਆ। ਗੁਰਬਾਣੀ ਛੱਡਤੀ, ਸਾਖੀਆਂ ਝੂਠੀਆਂ ਦਾ ਆਸਰਾ ਲੈ ਲਿਆ, ਉਹ ਫੇਲ ਹੋ ਗਈ। ਕੂੜ ਨੇ ਖੁੱਟੇ ਨਾਨਕਾ ਉੜ ਕੋ ਸੱਚ ਰਹੀ। ਕੂੜ ਤਾਂ ਫੇਲ ਹੋ ਜਾਂਦਾ ਹੁੰਦਾ। ਮਾਤਾ ਰੱਖਣੀ ਵਾਲੀ ਸਾਖੀ, ਬਾਬੇ ਬੁੱਢੇ ਦੇ ਘਰਾਂ ਬਣਨ ਵਾਲੀ ਸਾਖੀ, ਪੱਜਾ ਲਾਉਣ ਵਾਲੀ ਸਾਖੀ, ਉਹ ਬੰਗਲੇ ਉਹ ਪਿੰਗਲੇ ਵਾਲੀ ਸਾਖੀ, ਝੂਠ ਦਾ ਪ੍ਰਚਾਰ ਸ਼ੁਰੂ ਕਰ ਲਿਆ, ਖਤਮ ਹੋ ਗਿਆ। ਗੁਰਬਾਣੀ ਛਡਾਤੀ, ਗੁਰਬਾਣੀ ਦਾ ਪ੍ਰਚਾਰ ਛਡਾਤਾ, ਸੱਚ ਛਡਾਤਾ, ਝੂਠ ਨੂੰ ਜੋੜਤੇ, ਖਤਮ ਹੋ ਗਿਆ। ਕਲਾ ਤਾਂ ਗੁਰਬਾਣੀ ਦੀ ਸੀ, ਕਲਾ ਤਾਂ ਗੁਰਬਾਣੀ ਦਾ ਗਿਆਨ ਦੀ ਸੀ, ਉਹ ਛੱਡੇ ਦਿੱਤੀ ਜਾਂਦੇ ਸੀ। ਰਿਸ਼ੀ ਮੁਨੀਆਂ ਦਾ ਤਾਂ ਸਾਖੀ ਹਿੰਦੂਆਂ ਦੀ ਜੀ ਅਸੀਂ ਬਣਾ ਲਿਆ, ਗੱਲ ਖਤਮ ਹੋ ਗਈ। ਬਾਬੇ ਦੀ ਵਾਲੀ ਸਾਖੀ ਸਿਰ ਤੇ ਰੱਖ ਲਿਆ, ਸੈਂਟੇ ਗੱਲਾਂ ਨੇ। ਕੱਲ ਕੋ ਅਕਲ ਦੀ ਕਰਦੇ, ਗੁਰਬਾਣੀ ਛੱਡ ਦਿੱਤੀ ਤੁਸੀਂ ਜੀ। ਹਾਂਜੀ, ਨਿੰਦਰਾ ਨੂੰ ਨਰ ਪੈ ਸੋਵੇ ਬਿਨ ਬਾਸ, ਨਰ ਪੈ ਸੋਵੇ, ਨਾਰਾ ਲੱਗਾ, ਪੈ ਲੱਗਾ, ਨਰ ਪੈ ਸੋਵੇ ਪੈ ਕੇ ਬਿਨ ਬਾਸਨ ਖੀਰ ਬਲੋਵੇ। ਨੀਂਦ ਹੈ ਨਹੀਂ, ਲੰਮਾ ਪਿਆ। ਉਹ ਤਾਂ ਲੰਮੇ ਪੈ ਨੂੰ ਕਿਆ ਉੱਠ, ਲੰਮਾ ਪਿਆ ਨਾ, ਉੱਠ ਫਰੀਦਾ ਸੁੱਤਿਆ। ਉਹ ਪੈ ਨੂੰ ਉੱਠ ਕੇ ਆਇਆ, ਜੇ ਪਿਆ ਤਾਂ ਹੀ ਉੱਠ ਕੇ ਆਇਆ ਲਵੇ। ਜਿਹੜਾ ਉਹਦਾ ਆਪਣੇ ਸਿੱਖ ਗੁਰਸਿੱਖ ਦਾ ਗੁਰਸਿੱਖ ਦੀ ਉਹ ਹੈਗੀ ਹੈ ਬਈ ਜਾਗੇ ਚਾਲ ਆਗੇ, ਉੱਠ ਨਾਮ ਜਪ, ਉੱਠ ਕੇ ਆਇਆ, ਲੰਮਾ ਪਿਆ ਹੀ ਉੱਠੂਗਾ। ਕਰਕੇ ਰੁਕਿਆ ਹੋਇਆ, ਉੱਠ ਫਰੀਦਾ ਸੁੱਟਿਆ। ਕਬੀਰ ਵੀ ਕਹਿੰਦਾ ਬੈਠਾ ਰਹੇ ਔਰ ਜਾਗ। ਦੇਖੋ ਬੈਠਾ ਰਿਹਾ ਕੱਢ ਕੇ,
ਕੋਈ ਐ ਨਾ ਕਬੀਰ ਪਹਿਲਾਂ ਬੈਠਾ ਉੱਠ ਕੇ ਖੜਾ ਹੋਣ ਨੂੰ, ਕਬੀਰ ਨੇ ਤਾਂ ਗਿਆ। ਹਾਂ ਜੇ ਉਹ ਕਹਿੰਦੇ ਨਾ ਉੱਠਦਾ ਲੱਗਦਾ, ਉਹ ਵੀ ਕਹਿੰਦੇ ਵੀ ਪਹਿਲਾਂ ਬੈਠਾ ਸੀ ਉੱਠਣ ਨੂੰ ਗਿਆ। ਉਹ ਕਹਿੰਦਾ ਬੈਠਾ ਰਹਿ ਔਰ ਜਾਗ, ਬੈਠਾ ਰਹਿ ਔਰ ਜਾਗਦਾ ਰਹਿ। ਇਹਦਾ ਮੈਂ ਲੰਬੇ ਪੈ ਨੂੰ ਉੱਠਣ ਗਿਆ, ਉੱਠ ਕੇ ਬੈਠ ਜਾ, ਉਹ ਬੈਠ ਜਾ, ਜਾਗਦਾ ਰਹਿ। ਬੈਠੇ ਦੀ ਵੀ ਅੱਖ ਲੱਗ ਜਾਂਦੀ ਹੈ ਨਾ, ਗੁਰਦੁਆਰੇ ਥੋੜੀ ਲੱਗ, ਉਹ ਬੈਠਾ ਹੀ ਤਾਂ ਸੁੱਤਾ ਸੀ ਪਹਿਲਾਂ, ਨਰਪਤੇ ਸੋਹਣਾ ਸਮਝਿਆ, ਉੱਥੇ ਲੰਬਾ ਵੀ ਹੋ ਗਿਆ, ਟੇਢਾ ਜਿਹਾ ਹੋ ਗਿਆ। ਹੌਲੀ ਹੌਲੀ ਫਿਰ ਜੇ ਸੌ ਜਾਂਦਾ, ਫਿਰ ਹੌਲੀ ਹੌਲੀ ਲੱਤਾਂ ਪਸਾਰ ਲੈਂਦਾ। ਹਾਂਜੀ, ਬਿਨ ਬਾਸਨ ਖੀਰ ਬਿਲੋਵੈ, ਬਿਨ ਬਾਸਨ ਖੀਰ ਬਿਲੋਵੈ। ਹੁਣ ਦੁੱਧ ਨੂੰ ਰਿੜਕਦਾ ਭਾਂਡਾ ਹੈ ਨਹੀਂ, ਹਾਂ ਭਾਂਡਾ, ਬਾਸਨ ਭਾਂਡੇ ਨੂੰ ਕਹਿੰਦੇ ਨੇ। ਬਾਸਨ ਦਾ ਤਾਂ ਬੇਸਨ ਬਣਾ ਦੇਣਗੇ ਪੰਜਾਬੀ ਵਾਲੇ ਵੀ ਬਾਸਨ ਕੀ ਹੁੰਦਾ। ਜਬਨਾ ਟੱਪ ਕੇ ਸਾਰੇ ਬਾਸਨ ਕਹਿੰਦੇ ਨੇ ਭਾਂਡੇ ਨੂੰ। ਗੱਡਾ ਦੇ ਏਰੀਏ ਚ ਪਰੇ ਸਭ ਬਾਸਨ ਕਹਿੰਦੇ। ਹੁਣ ਬੋਲੀ ਤਾਂ ਹੈਗੀ ਹੈ ਕਬੀਰ ਦੀ, ਬਸਦਾ ਕੀ ਪੰਜਾਬੀ ਦੇ। ਹਾਂ ਆਪਣੇ ਚਾਟੀ ਕੇ ਬਾਸਨ ਕਾਰੋ ਪਰ ਵੀ ਹਾਂ ਬਾਸਨ ਕਹਿੰਦੇ ਨੇ ਭਾਂਡੇ ਨੂੰ। ਹੁਣ ਭਾਂਡਾ ਕਿੱਥੇ ਹੈ, ਕਿਵੇਂ ਬੁਲਾਉਂਦਾ, ਇਹ ਕੀ ਗੱਲ ਹੈ। ਕਹਿੰਦੇ ਦਿਮਾਗ ਚ ਰੜਕਦਾ ਬਿਨ ਬਾਸਨ। ਜਿਵੇਂ ਮਧਾਣੀ ਚੱਲਦੀ ਹੈ, ਦਿਮਾਗ ਤਾਂ ਮਧਾਣੀ ਹੈ, ਮਧਾਣੀ ਚੱਲਦੀ ਹੈ ਬਹੁਤ ਜ਼ੋਰ ਨਾਲ, ਉੱਤੇ ਪਾਈ ਜਾਵੇ ਦੁੱਧ, ਉਹ ਰੜਕੂ ਕਿ ਖਿੜੂ, ਉਹ ਜੋ ਘੋਲ ਨਿਕਲਿਆ। ਪੱਖਾ ਚੱਲਦਾ ਤੇ ਪਾਣੀ ਪਾ ਦਈਏ ਰੜਕੂਗੇ, ਭਾਂਡਾ ਤਾਂ ਹੈ ਨਹੀਂ। ਜੇ ਤਾਂ ਭਾਂਡੇ ਚਲਾਈਏ, ਇਹ ਵੀ ਪੱਖਾ ਬੜਾ ਸਾਰਾ ਭਾਂਡਾ ਹੋਵੇ, ਬਲੇਡ ਚਲਾ ਦਈਏ ਇਹੀ, ਫਿਰ ਤਾਂ ਰੜਕੋ ਜੂ। ਜੇ ਭਾਂਡਾ ਹੈ ਨਹੀਂ, ਇਹ ਤਾਂ ਦੁੱਧ ਪਾਈ ਜਾਈਏ, ਫਿਰ ਤਾਂ ਖਿੜ ਜੂਗਾ ਉਹ। ਐ ਖੜਾ ਤਾਂ ਸਭ ਕੁਛ ਗੁਰਬਾਣੀ ਦਾ ਵਿਦਵਾਨਾਂ ਨੇ। ਕੋਈ ਬੂਝ ਕਿਵੇਂ ਮਾਰੀ, ਕੋਈ ਅਰਥ ਕਿਧਰ ਨੂੰ ਕਰਦਾ, ਕੋਈ ਪੰਕਤੀ ਦਾ ਅਰਥ ਕੁਛ ਕਰਦਾ। ਤੱਤ ਗਿਆਨ ਤੇ ਕੀ ਰਹਿਣਾ, ਤਾਂ ਖਣਾ ਕੇ ਰੱਖਦਾ ਸਭ ਕੁਛ ਇਹਨਾਂ ਨੇ। ਉਹ ਹਿਰਦਾ ਭਾਂਡਾ, ਹਿਰਦਾ, ਹਿਰਦੇ ਚ ਕਹਿੰਦੇ ਰੜਕਣਾ ਸੀ ਇਹ ਦੁੱਧ, ਰੜਕਿਆ ਦਿਮਾਗ ਚ। ਬਿਨ ਬਾਸਨ ਖੀਰ ਬਿਲੋਵੈ, ਦੁੱਧ ਰੜਕਦੇ ਨੇ ਭਾਂਡੇ ਦੇ ਬਿਨਾਂ ਹੀ। ਕੌਣ ਵਿਦਵਾਨ ਕਾਸ਼ੀ ਵਾਲੇ ਵੇਦਾਂ ਦੀ ਵਿਚਾਰ ਕਰਦੇ ਨੇ ਦਿਮਾਗ ਚ, ਉਹ ਦਿਮਾਗ 10 ਵਿਚਾਰ ਬਣਦੇ ਨੇ, ਉਹਨਾਂ ਨੂੰ ਗਿਆ ਹੋਇਆ ਜੁੱਤੀ ਮਾਰੀ ਹੈ ਸਿਰ ਚ। ਦਿਮਾਗ ਹੁੰਦਾ ਨਾ ਸਿਰ ਚ, ਉਤਲੇ ਪਾਸੇ ਜੁੱਤੀ ਮਾਰਤੀ, ਅਬੇ ਜਗਾਇਆ ਜੁੱਤੀ ਮਾਰ ਕੇ। ਹੁਣ ਫਿਰ ਬਿਨ ਬਾਸਨ ਖੀਰ ਕਿਵੇਂ ਬੁਲਾਇਆ ਜਾਊ, ਮੈਨੂੰ ਦੱਸੋ, ਬੁਲਾਓ ਕੇ ਦਿਖਾਓ। ਜੇ ਟੋਆ ਵੀ ਪੱਟ ਲਾਂਗੇ, ਉਹ ਵੀ ਭਾਂਡਾ ਹੀ ਬਣ ਗਿਆ। ਕਿਵੇਂ ਬੁਲਾਇਆ ਜਾਊ ਖੀਰ, ਪਰ ਇਹ ਬੁਲਾਉਂਦਾ ਨਹੀਂ ਵਿਦਵਾਨ ਬਿਨ ਬਾਸਨ ਖੀਰ। ਆਪਣੇ ਦਿਮਾਗ ਨਾਲ ਗੁਰਬਾਣੀ ਦੇ ਅਰਥ ਕਰਨੇ, ਬਿਨ ਬਾਸਨ ਖੀਰ ਬੁਲਾਉਣਾ। ਆਪਣੀ ਬੁੱਧੀ ਨਾਲ ਅਰਥ ਕਰਨੇ, ਬਿਨ ਬਾਸਨ ਖੀਰ ਬੁਲਾਉਣਾ। ਆਪਣੀ ਭਾਸ਼ਾ ਨਾਲ ਗੁਰਬਾਣੀ ਤੇ ਲਾਗੂ ਕਰਕੇ ਕੰਮ ਕਰਨਾ, ਬਿਨ ਬਾਸਨ ਖੀਰ ਬੁਲਾਉਣਾ। ਗੁਰਬਾਣੀ ਤੋਂ ਪੜ੍ਹਨਾ ਹੈ ਭਾਂਡਾ, ਗੁਰਬਾਣੀ ਤੋਂ ਪੜ੍ਹਨਾ ਸੀ, ਗੁਰਬਾਣੀ ਤੋਂ ਸਿੱਖਿਆ ਲੈਣੀ ਸੀ, ਤਾਂ ਬਿਨ ਬਾਸਨ ਖੀਰ ਬੁਲਾਉਣ ਲੱਗ। ਆਪਣਾ ਦਿਮਾਗ ਆਪਣੀ ਮੱਤ ਗੁਰਬਾਣੀ ਤੇ ਲਾਗੂ ਕਰਤੀ, ਗੁਰਬਾਣੀ ਨੂੰ ਮਨਮੱਤ ਬਣਾਤਾ। ਪੁੰਨ ਪਾਪ ਬੰਦੀ ਮਨੌਤ ਟੀਕਿਆਂ ਚ ਪਈ ਹੈ। ਪੁੰਨ ਪਾਪ ਨੂੰ ਸਿੱਖ ਮੰਨਦੇ ਨੇ, ਪੁੰਨ ਪਾਪ ਦਾ ਪ੍ਰਚਾਰ ਹੋ ਰਿਹਾ। ਕਿੱਥੋਂ ਆ ਬੜਿਆ ਇਹ ਕਿੱਥੋਂ ਆ ਕੇ ਬੜਿਆ, ਕਿਹੜੇ ਰਾਹ ਬਣ ਗਿਆ। ਗੁਰਬਾਣੀ ਦਾ ਮੰਨਦੇ ਨਹੀਂ ਪੁੰਨ ਪਾਪ ਨੂੰ, ਪਾਪ ਪੁੰਨ ਖਬਰੇ ਬਸ ਨਹੀਂ। ਗੁਰਬਾਣੀ ਦਾ ਮਾਸ ਨੂੰ ਮੰਨਦੀ ਹੈ ਨਹੀਂ, ਮਾਸ ਹੁੰਦਾ ਕੀ ਹੈ, ਮਾਸ ਔਰ ਸਬਜ਼ੀ ਦੇ ਵਿੱਚ ਫਰਕ ਦੱਸੋ ਕੀ। ਇਹ ਗੱਲ ਨਹੀਂ ਮਾਸ ਖਾਣ, ਗੁਰਬਾਣੀ ਦਾ ਮੰਨਦੀ ਨਹੀਂ ਨਰਕ ਨੂੰ, ਇਹ ਕਹਿੰਦੇ ਮਾਸ ਖਾਣ ਵਾਲੇ ਨਰਕ ਜਾਣਗੇ। ਇਹ ਕਿੱਥੋਂ ਆਏ ਸਭ ਕੁਛ, ਇਹ ਆਇਆ ਕਾਸ਼ੀ ਤੋਂ। ਇਹ ਉਹਨਾਂ
ਉਹਨਾਂ ਲੋਕਾਂ ਦੀ ਦੇਣ ਹੈ ਜਿਹੜੇ ਕਹਿੰਦੇ ਕਾਸ਼ੀ ਪੜ੍ਹਨ ਭੇਜੇ। ਸਿੱਖ ਮੱਤ ਨੂੰ ਕਾਸ਼ੀ ਮੱਤ ਬਣਾਤਾ। ਸਿੱਖ ਮੱਤ ਤੇ ਹਿੰਦੂ ਮੱਤ ਦੀ ਚਾਸਣੀ ਚਾੜਤੀ। ਚਾਸਣੀ ਚਾੜਤੀ ਉੱਤੇ। ਸਿੱਖ ਮੱਤ ਦੀ ਚਾਸਣੀ ਅੰਦਰ ਦਾ ਬਾਤ ਤੇ ਹਿੰਦੂ ਮੱਤ ਇਹ ਕਹੋ ਉੱਤੋਂ ਨਹੀਂ ਹੈ ਸਾਨੂੰ ਸਿੱਖ ਮੱਤ। ਅਰਥ ਹਿੰਦੂ ਮੱਤ ਵਾਲੇ ਨੇ ਵਿੱਚੋਂ ਕੱਢਿਆ। ਇਹਦੇ ਜੋ ਕੱਢਿਆ ਨਾ ਕੱਢਿਆ ਕੀ ਹੈ? ਤੱਤ ਨਹੀਂ ਕੱਢਿਆ ਵਿੱਚੋਂ। ਸਹਿਜੇ ਬਲੋਵੋ ਜੈਸੇ ਤੱਤ ਨਾ ਜਾਈ। ਭਾਂਡਾ ਹੈ ਨਹੀਂ ਸੀ, ਮੇਰੇ ਹੀ ਭਾਂਡੇ ਤੇ ਲੜਕਣ ਲੱਗੇ, ਤੱਤ ਖਤਮ ਹੋ ਗਿਆ। ਬਿਨ ਬਾਸਣ ਖੀਰ ਬਲੋਵੇ। ਕਿਉਂ ਕਿਹਾ? ਕਿਹਨੂੰ ਕਿਹਾ? ਜਿਹਨਾਂ ਕੋਲ ਸੀ ਨਾ ਮਹਾਰਾਜ ਦੀ ਬਾਣੀ ਦੇ ਗ੍ਰੰਥ, ਉਹਨਾਂ ਦੇ ਅਰਥ ਵੀ ਕਾਸ਼ੀ ਵਾਲੇ ਪੁੱਠੇ ਕਰਕੇ ਦੱਸਦੇ ਸੀ। ਪੁੱਠੇ ਕਰਕੇ ਦੱਸਦੇ ਸੀ। ਲਫ਼ਜ਼ਾਂ ਨੂੰ ਬਾਣੀ ਵੀ ਬਦਲੀ ਹੋਈ ਸੀ ਉਹਨਾਂ ਦੇ ਲਾ ਕੇ ਨਾ, ਜਿਵੇਂ ਸਾਡੇ ਵੀ ਕਈ ਜਗ੍ਹਾ ਲਾ ਕੇ ਕੀਤਾ ਹੋਇਆ, ਬਾਤ ਘਾਟ ਕਰਕੇ ਅਰਥ ਬਦਲੇ ਹੋਏ ਸੀ ਉਹਨਾਂ ਦੇ। ਕਬੀਰ ਨੇ ਆਪ ਜਾ ਕੇ ਮੌਕੇ ਤੇ ਪੜ੍ਹੀ ਤਾਂ ਗੱਲ ਕੁਛ ਹੋਰ ਸੀ। ਉਹ ਇਹ ਕਹਿ ਰਿਹਾ ਵੀ ਬਿਨ ਬਾਸਣ ਤੇ ਇਹਨੂੰ ਬਲੋ ਰਹੇ ਤੇ ਇਹ ਜਿਹੜਾ ਗੁਰਮਤ ਸੀ ਨਾ, ਦੁੱਧ ਉਹੀ ਹੁੰਦਾ। ਕਬੀਰ ਕੋਲ ਤਾਂ ਦੁੱਧ ਉਹੀ ਸੀ ਜਿਹੜਾ ਕਬੀਰ ਪੜ੍ਹ ਕੇ ਆਇਆ ਸੀ। ਸਾਡੇ ਕੋਲ ਗੁਰਬਾਣੀ ਦੁੱਧ ਹੈ। ਖੀਰ ਦੁੱਧ ਨੂੰ ਕਹਿੰਦੇ ਨੇ। ਰਸ ਅੰਮ੍ਰਿਤ ਖੀਰ ਘਿਆਲੀ ਗੁਰਬਾਣੀ ਸੀ। ਪ੍ਰਥਮੇ ਮਾਖਣ ਪਾਛੇ दूध। ਪਰਮੇਸ਼ਰ ਤੋਂ ਮੱਖਣ ਮਿਲਿਆ, ਤੱਤ ਮਿਲਿਆ, ਤੱਤ ਗਿਆਨ ਇਹ ਹੈ ਸਾਡੇ ਕੋਲ ਗੁਰਬਾਣੀ ਹੈ। ਉਹ ਜਿਹੜਾ ਸੀ ਨਾ ਪਿਆ ਬੋਹਰ, ਉਹ ਕਹਿ ਰਿਹਾ ਨਹੀਂ ਬਿਨ ਬਾਸਣ ਤੇ ਬਲੋਣਾ ਤਾਂ ਅਰਥ ਉੱਡੇ ਕੱਢੇ ਨੇ। ਆਹ ਕਹਿ ਰਿਹਾ ਕਬੀਰ। ਮੈਂ ਉਹ ਹਿਰਦੇ ਚ ਪਾ ਕੇ ਚਾਟੀ ਚ ਪਾ ਕੇ ਰੜ ਕੇ ਕੰਮ ਖੜ ਗਿਆ। ਇਹਨਾਂ ਨੇ ਬਿਨ ਬਾਸਣ ਤੇ ਆਪਣੇ ਦਿਮਾਗ ਚ ਰੜ ਕੇ ਆਪਣੇ ਦਿਮਾਗ ਨੂੰ ਜਾਣ ਬੁੱਝ ਕੇ ਉਲਟੇ ਅਰਥ ਕੱਢ ਲਏ ਪੰਡਿਤ ਨੇ। ਉਹ ਉਲਟੇ ਅਰਥ ਪ੍ਰਚਾਰਦਾ ਹੈ ਵੀ ਉਹ ਵੀ ਉਹੀ ਗੱਲ ਆ, ਵੀ ਉਹੀ ਗੱਲ। ਹਾਂ, ਗੁਰਬਾਣੀ ਚ ਵੀ ਰਾਮ ਹੈ ਜੀ, ਸਾਡੇ ਵੀ ਰਾਮ ਉਹੀ ਰਾਮ ਹੈ, ਇੱਕੋ ਹੀ ਗੱਲ ਹੈ ਬਸ। ਉਹ ਜਿਹੜੀਆਂ ਇਹ ਗੱਲਾਂ ਨੇ ਨਾ, ਸਿੱਖ ਹਿੰਦੂ ਨੇ। ਹਾਂ, ਜੋ ਕੁਝ ਕਰ ਰਹੇ ਨੇ ਸਿੱਖ ਹਿੰਦੂ ਤਾਂ ਹਿੰਦੂ ਹੈ, ਉਸ ਹਿਸਾਬ ਨਾਲ ਤਾਂ ਹੈ, ਪਰ ਗੁਰਮਤ ਤਾਂ ਹਿੰਦੂ ਮਤ ਹੈ ਨਹੀਂ। ਗੁਰਮਤ ਤਾਂ ਤੁਹਾਡੀ ਮਤ ਦੀ ਫੱਟੀ ਪਹੁੰਚਦੀ ਹੈ। ਸਿੱਖ ਕੀ ਕਰਦੇ ਨੇ? ਜੇ ਸਿੱਖ ਉਲਟ ਕਰਦੇ ਨੇ, ਤੁਸੀਂ ਵੀ ਤਾਂ ਵੇਦ ਪੜ੍ਹ ਕੇ ਉਲਟੇ ਕਰਦੇ ਹੋ। ਜਿਵੇਂ ਵੇਦ ਉਹੀ ਵੇਦ ਹੈ, ਉਹੀ ਵੇਦ ਬਾਣੀ ਹੈ, ਭਾਸ਼ਾ ਹੀ ਬਦਲੀ ਹੈ। ਜਿਵੇਂ ਤੁਸੀਂ ਛੱਡ ਗਏ ਸੀ, ਉਹ ਵੇ ਛੱਡ ਗਏ। ਜਿਵੇਂ ਤੁਸੀਂ ਮਾਇਆਧਾਰੀ ਹੋ ਗਏ ਤੇ ਵੇ ਹੋ ਗਏ। ਤੁਹਾਡੇ ਵਿੱਚੋਂ ਹੀ ਸੀਗੇ, ਤੁਹਾਡੇ ਵਿੱਚੋਂ ਹੀ ਆਏ ਤੇ ਉਦੋਂ ਉੱਥੇ ਚਲੇ ਗਏ। ਜਿਹੜੇ ਗੁਰੂ ਵਾਲੇ ਤਾਂ ਥੋੜੇ ਬਹੁਤ ਹੈਗੇ ਨੇ, ਥੋੜੇ ਜਿਹੇ ਗੁਰੂ ਵਾਲੇ ਗੁਰੂ ਨਾਲ ਬਹੁਤੇ ਨਹੀਂ ਸੀਗੇ। ਇੰਨੇ ਕੇ ਹੁੰਦੇ ਨੇ ਹੈਂ ਗੱਲੇ ਨਾ ਵੀ ਕਰੇ, ਬਹੁਤੇ ਨਹੀਂ ਹੁੰਦੇ, ਥੋੜੇ ਹੁੰਦੇ ਨੇ। ਉਹਨਾਂ ਕੋਲ ਵੀ ਹੈਗੇ, ਉਹਦੇ ਬੰਦੇ ਹੋਣੇ ਨਾ, ਇਕੱਠ ਨਹੀਂ ਹੋਣ। ਦੁਬਾਰਾ ਵੀ ਜਨਮ ਲਈ ਜਾਂਦੇ ਨੇ, ਜਿਹੜੇ ਵਿਚਾਲੇ ਰਹਿ ਜਾਂਦੇ ਨੇ, ਉਹ ਨਹੀਂ ਹਿਲਦੇ ਹੁੰਦੇ, ਉੱਥੇ ਟਿਕੇ ਰਹਿੰਦੇ ਨੇ। ਉਹ ਤਾਂ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ, ਸਾਰਿਆਂ ਦਾ ਨਹੀਂ ਪ੍ਰਭਾਵ ਪੈਂਦਾ ਹੁੰਦਾ। ਜਿਹੜੇ ਉਸ ਏਰੀਏ ਚ ਬਾਹਰ ਨਿਕਲੇ ਉਹਨਾਂ ਦਾ ਪ੍ਰਭਾਵ ਨਹੀਂ ਹੁੰਦਾ, ਬਿਲਕੁਲ ਨਹੀਂ ਪੈਂਦਾ, ਕਿਸੇ ਗੱਲ ਦਾ ਵੀ ਨਹੀਂ ਪੈਂਦਾ ਪ੍ਰਭਾਵ। ਜੇ ਉਹਨਾਂ ਨੂੰ ਨਾ ਵੀ ਮਿਲੂ ਸੱਚ, ਤਾਂ ਵੀ ਝੂਠ ਦਾ ਪ੍ਰਭਾਵ ਨਹੀਂ ਪੈਂਦਾ ਉਹਦੇ ਤੇ। ਅਰਾਖੀ ਕਿੱਥੇ ਪੈਦਾ ਹੋਏ, ਤਰਕੀਲ ਕਿੱਥੇ ਪੈਦਾ ਹੋਏ, ਝੂਠ ਦਾ ਪ੍ਰਭਾਵ ਨਹੀਂ ਪੈਂਦਾ, ਸੱਚ ਹੈ ਨਾ ਮਿਲੇ। ਇਹਨਾਂ ਚ ਪੈਦਾ ਹੋਣਗੇ, ਤਰਕੀਲਾਂ ਚ ਪੈਦਾ ਹੁੰਦੇ ਨੇ ਇਹਨਾਂ ਦੇ ਪਤੰਦਰ। ਜਿਹੜੇ ਨਹੀਂ ਮੰਨਦੇ ਸੰਸਾਰ ਦੀਆਂ ਬੱਤਾਂ ਨੂੰ, ਕਮਿਊਨਿਸਟ ਵਗੈਰਾ, ਉਹ ਇਹ ਆਦਮੀ ਨੇ ਜਿਹੜੇ ਸੱਚੇ ਸੁੱਚੇ ਨੇ, ਉਹਨਾਂ ਦੇ ਕੋਲ ਦਾ ਨਹੀਂ ਅਸਰ ਪੈਂਦਾ, ਇਹਨਾਂ ਦੇ ਪ੍ਰਭਾਵ ਨਹੀਂ ਪੈਂਦਾ ਹੈ। ਹਾਂ, ਜਦੋਂ ਕੋਈ ਸੱਚ ਮਿਲੂਗਾ ਫਿਰ ਉਹ ਸੱਚ ਨੂੰ ਕਬੂਲ ਕਰ ਲੈਣਗੇ।
ਸੱਚੋਂ ਨਹੀਂ ਭਜਦੇ ਹੁੰਦੇ ਉਹ, ਝੂਠ ਨੂੰ ਮੰਨਦੇ ਨਹੀਂ, ਸੱਚੋਂ ਭਜਦੇ ਨਹੀਂ ਉਹ। ਇਹਨਾਂ ਨੂੰ ਖਰੇ ਹੁੰਦੇ ਨੇ, ਇਹਨਾਂ ਨੂੰ ਉਹਨਾਂ ਦਾ ਕਰੈਕਟਰ ਹੁਣ ਵੀ ਚੰਗਾ, ਹੁਣ ਵੀ ਚੰਗਾ ਉਹਨਾਂ ਦਾ, ਇਹਨਾਂ ਨੂੰ ਬਹੁਤ ਚੰਗੇ ਨੇ। ਹਾਂਜੀ। ਬਿਨ ਅਸਤਨ ਗਊ ਲਵੇਰੀ ਪੈਡੇ ਬਿਨ ਬਾੜ ਘਨੇਰੀ। ਬਿਨ ਅਸਤਨ ਗਊ ਲਵੇਰੀ ਕਹਿੰਦੇ ਗਾਂ ਦੁੱਧ ਦਿੰਦੀ ਹੈ ਥਾਣੇ ਦੀ, ਸਾਰੀਆਂ ਗੱਲਾਂ ਪੁੱਠੀਆਂ ਨੇ। ਕਿਹੜੀ ਗਊ ਲਵੇਰੀ ਹੈ? ਉਹਨੇ ਗਊ ਜਿਉਂਦੀ ਕੀਤੀ ਸੀ, ਆਈ ਗਊ ਜਿਉਂਦੀ ਕੀਤੀ ਸੀ। ਰਾਮਦੇਵ ਨੇ ਐਸਾ ਗਊ ਦੀ ਗੱਲ ਹੈ, ਇਹੀ ਨਾਮਦੇਵ ਨੇ ਚੋਈ ਸੀ, ਇਹ ਨਾਮਦੇਵ ਨੇ ਚੋਈ ਦੀ ਥਾਣੇ ਦੀ। ਆ ਲਵੇਰੀ ਗਾਂ ਸੀ ਜਿਹਦਾ ਮਟਕੀ ਭਰੀ ਸੀ। ਸਮਝਿਆ ਨੀ? ਹਾਂ। ਬਿਨ ਅਸਤਨ ਗਊ ਲਵੇਰੀ ਲਾ ਬੇਰੀ ਕੀ? ਹਾਂ ਮੈਨੂੰ ਪਤਾ ਹੈ ਲਵੇਰੀ ਹੋਈ ਹੈ। ਲਾ ਬੇਰੀ ਤਾਂ ਬਣੀ ਜਿਹੜੀ ਦੂਜੀ ਵਾਰ ਫਿਰ ਲੱਗ ਗਈ ਉੱਥੇ ਜਿੱਥੋਂ ਟੁੱਟੀ ਹੋਈ ਸੀ, ਜਿੱਥੋਂ ਟੁੱਟੀ ਹੋਈ ਸੀ ਫਿਰ ਤਾਂ ਦੁਬਾਰਾ ਫਿਰ ਉੱਥੇ ਜੁੜ ਗਈ। ਲਾ ਬੇਰੀ ਹੈ, ਦੂਜੀ ਵਾਰੀ ਫਿਰ ਲੱਗ ਗਈ ਉੱਥੇ ਹੀ। ਉਹ ਬਈ ਉਹਦੀ ਹੈ ਨਾ, ਇਹ ਤੇਰੀ ਬਾਰੀ ਨਹੀਂ ਹੁੰਦਾ, ਇਹ ਤੇਰੇ ਅਫਸਰ, ਇਹ ਤੇਰੀ ਬਾਰੀ। ਉਹਨੇ ਬਾਰੀ ਮੇਰੀ ਸਾਹਮਣੀ ਆਪਣੀ ਬੋਲੀ ਆਈ ਸੀ ਨਾ ਜਿਹੜੀ ਇਹਦੀ ਟਰਨ, ਮੇਰੇ ਨਾਲ ਟਰਨ ਆਪਣੇ ਟਰਨ ਦੇ ਵਿੱਚ ਲੱਗ ਗਈ, ਜੁੜ ਗਈ ਚਾਲਾਂ ਨਾਲ। ਹਾਂ ਆਪਣੀ ਟਰਨ ਜੁੜ ਗਈ, ਜਿੱਥੇ ਜੁੜਨਾ ਜਾਏਗਾ ਜੁੜ ਗਈ। ਪੈਡੇ ਬਿਨ ਬਾੜ ਘਨੇਰੀ ਪੈਂਡੇ ਮੈਨੂੰ ਬਾੜ ਘਨੇਰੀ, ਮੈਂ ਉੱਥੇ ਹੀ ਸੀਗੀ, ਮੂੰਹ ਦੇ ਆਲੇ ਦੁਆਲੇ ਮੂੰਹ ਜੁੜਿਆ ਹੀ ਨਹੀਂ ਸੀਗਾ। ਬੜੀ ਬਾੜ ਬਹੁਤ ਕੱਢੀ ਹੈ, ਪੈਂਡਾ ਕਿਤੇ ਵੀ ਨਹੀਂ ਸੀ, ਜਾਣਾ ਕਿਤੇ ਵੀ ਨਹੀਂ ਸੀ, ਪੈਂਡਾ ਬਹੁਤ ਪਾ ਲਿਆ। ਉਹ ਆਇਆ ਦੂਰੋਂ ਚੱਲ ਕੇ, ਉਹ ਨਾਲੇ ਸੀਗੀ ਨਾ ਜੁੜਨਾ, ਟੋਲਦਾ ਰਿਹਾ ਬਸ, ਬਾਹਰ ਟੋਲਦਾ ਰਿਹਾ ਅੰਦਰ ਵਾਲੇ ਨੂੰ, ਅੰਦਰ ਵਾਲੇ ਨੂੰ ਬਾਹਰ ਟੋਲਦਾ ਰਿਹਾ। ਬਾੜ ਬਹੁਤ ਬਾੜਤੀ, ਪੈਂਡਾ ਹੈ ਹੀ ਨਹੀਂ ਸੀ, ਪੈਂਡਾ ਤਾਂ ਹੈ ਹੀ ਨਹੀਂ ਸੀ। ਉਹ ਤਾਂ ਕੁੜੀ ਕਹਿੰਦਾ ਕੰਨਾਂ ਤੇ ਚੱਕੀ ਤੇ ਟੋਲਦਾ ਫਿਰਦਾ ਬਾਜ਼ਾਰ ਚ, ਪਿੰਡਾਂ ਦੇ ਵਿੱਚ ਜਾ ਕੇ ਇਹਨੇ ਦੱਸਿਆ ਵੀ ਕੁੜੀ ਦਾ ਮੋਢੇ ਫਿਰ ਤਾਂ ਹੱਥੇ ਲਾਇਆ ਕਰ, ਹਾਂ ਹੈਗੀ ਚੱਲ ਫਿਰ ਜਾਣਾ ਕਿੱਥੇ? ਕਹਿੰਦਾ ਪਤਾ ਹੀ ਨਹੀਂ ਲੱਗਿਆ, ਕਹਿੰਦਾ ਬੋਲੀ ਨਹੀਂ ਹੈ, ਬੋਲੀ ਉਹ ਨਹੀਂ, ਜੇ ਬੋਲਦੀ ਤਾਂ ਸੁਣ ਲੈਂਦਾ। ਇਹ ਵੀ ਰੱਬ ਜੀ ਹੈ, ਬੋਲੀ ਨਹੀਂ ਅੰਦਰੋਂ ਆਵਾਜ਼ ਨਹੀਂ ਆਈ। ਕਹਿੰਦਾ ਕਿਉਂ? ਕਹਿੰਦਾ ਚੁੱਪ ਕਿਉਂ? ਬਿਨ ਅਸਤਨ ਗਊ ਲਵੇਰੀ ਪੈਂਡੇ ਬਿਨ ਬਾੜ ਘਨੇਰੀ। ਅਸਲ ਥਾਂ ਤੋਂ ਬਿਨਾਂ ਗਊ ਦਾ ਥਾਂ ਨਹੀਂ ਹੈ, ਪਰ ਗਊ ਲਵੇਰੀ ਹੈ। ਗਊ ਕੌਣ ਹੈ? ਉਹ ਬੁੱਧੀ ਹੈ, ਵਿਵੇਕ ਬੁੱਧੀ ਗਊ ਹੈ, ਵਿਵੇਕ ਬੁੱਧੀ ਨੂੰ ਗਊ ਕਹਿੰਦੇ ਨੇ। ਜਿਹੜਾ ਗੁਰਬਾਣੀ ਹੈ ਨਾ, ਇਹ ਦੁੱਧ ਹੈ, ਗਊ ਲਵੇਰੀ ਹੈ, ਦੁੱਧ ਦਿੰਦੀ ਹੈ। ਗੁਰਬਾਣੀ ਦਿੱਤੀ ਹੈ ਸੰਸਾਰ ਨੂੰ, ਇਹਦੇ ਵਿੱਚ ਤੱਤ ਹੈ, ਘਿਓ ਹੈ, ਮੱਖਣ ਹੈ। ਪਰ ਆਹ ਦੂਈ ਗਾਇ ਨਹੀਂ ਹੈ ਥਣ ਵਾਲੀ, ਜਿਹੜੀ ਮਾਤਾ ਆਹ ਥਣ ਵਾਲੀ ਗਊ ਨੂੰ ਮਾਤਾ ਬਣਾ ਲਿਆ ਇਹਨਾਂ ਨੇ, ਹਿੰਦੂਆਂ ਨੇ ਤਾਂ ਕਹਿ ਰਿਹਾ। ਗਊ ਤਾਂ ਲਵੇਰੀ ਜ਼ਰੂਰ ਹੈ, ਪਰ ਇਹਨਾਂ ਵਾਲੀ ਨਹੀਂ ਹੈਗੀ ਜਿਹੜੀ ਗਊ ਮਾਤਾ ਬਣਾਈ ਫਿਰਦੇ ਨੇ। ਸਾਡੀ ਮਾਤਾ ਮਤ ਮਾਤਾ ਹੈ, ਮਤ ਮਾਤਾ ਹੈ, ਗੁਰਮਤ ਮਾਤਾ ਹੈ, ਉਹੀ ਚੱਡੀ ਹੈ, ਉਹੀ ਮਾਤਾ। ਜਗ ਮਾਤ ਪ੍ਰਤਾਪ ਹਰਿ ਸੁਰਤਾਪ, ਸੁਦਾਨ ਬਸਾਨ ਗਈ ਜਮ ਕਾ, ਸਾਰੇ ਬਕਾਰ ਜਮ ਲੋਕ ਨੂੰ ਪਹੁੰਚਾਤੇ, ਸਾਰੇ ਬਕਾਰਾਂ ਦਾ ਖਾਤਮਾ ਕਰਤਾ ਕਿਹਨੇ? ਗੁਰਮਤ ਨੇ। ਇਹ ਲਵੇਰੀ ਹੈ, ਇਹ ਲਵੇਰੀ ਦੁੱਧ ਪੀਤਾ ਤਾਂ ਸਤਿਗੁਰ ਤਕੜਾ ਹੋਇਆ, ਜਨਮ ਹੋਇਆ, ਅਗਰ ਜਨਮ ਹੋਇਆ ਫਿਰ ਲਵੇਰੀ, ਫਿਰ ਦੁੱਧ ਪੀਤਾ, ਫਿਰ ਸਮਝ ਆਈ, ਤਾਂ ਜਦ ਕੀਤੀ ਇਹਨਾਂ ਨੂੰ
ਪਖੰਡਵਾਦ ਨੂੰ ਤਾਂ ਹੀ ਘਟਿਆ। ਪਖੰਡਵਾਦ ਖਾਲਸਾ ਸੋਚੋ ਕਰੇ ਦਿੱਤਾ, ਦੁੱਧ ਪੀ ਕੇ ਕਰਨਾ ਕੋਈ ਜੰਗ, ਭੁੱਖਾ ਕਿਵੇਂ ਕਰੂਗਾ? ਭੁੱਖੇ ਤੇ ਹੁੰਦੀ ਆ ਜਾਂਦੇ। ਇਹ ਗੁਰਮਤ ਨੂੰ ਇਹ ਮਾਤਾ ਕਿਹਾ ਹੋਇਆ। ਇਹ ਬੁੱਧੀ ਵਿਵੇਕ ਬੁੱਧੀ ਨਹੀਂ ਦੇਣ, ਅਸਲ ਦਾ ਵਿਵੇਕ ਬੁੱਧੀ ਮਾਤਾ ਹੈ। ਪਰ ਸਾਡੇ ਮਨ ਖਾਤਰ ਗੁਰਮਤ ਮਾਤਾ। ਦੇਖੋ, ਜੇ ਮਨ ਖਾਤਰ ਕਹੀਏ ਗੁਰਮਤ ਮਾਤਾ, ਜੇ ਚਿੱਤ ਖਾਤਰ ਕਹੀਏ ਫਿਰ ਵਿਵੇਕ ਬੁੱਧੀ ਮਾਤਾ। ਉਹਦਾ ਜਨਮ ਪਦਾਰਥ ਮਿਲਣਾ ਨਾ, ਜਨਮ ਪਦਾਰਥ ਮਿਲਣਾ। ਮਨ ਨੂੰ ਤਾਂ ਮੱਤ ਦੇਣੀ ਹੈ ਗੁਰਮਤ ਨਹੀਂ, ਮਨ ਨੂੰ ਅਕਲ ਦੇਣੀ ਹੈ ਜਿਹੜੀ, ਮਨ ਨੂੰ ਗਿਆਨ ਮਿਲਣਾ। ਮਨ ਨੂੰ ਮੱਤ ਨਹੀਂ ਆਉਣੀ, ਮਨ ਨੇ ਆਪਣੀ ਮੱਤ ਛੱਡਣੀ ਨਹੀਂ, ਆਪਣੀ ਮੱਤ ਛੱਡਣੀ ਹੈ ਨਾ। ਮਨ ਨੂੰ ਤਾਂ ਗੁਰਮਤ ਨਹੀਂ ਸਮਝਾਉਣਾ, ਰਾਹ ਸਿੱਧੇ ਤੇ ਲਿਆਉਣਾ। ਫਿਰ ਇੱਕ ਉਹਦਾ ਉਗਣ, ਉਹਦਾ ਉਗਣ ਵਾਲੀ ਗੱਲ ਉਹ ਤੁਰਕੀ ਬਾਣੀ। ਦੋ ਪਦਾਰਥ ਦਿੰਦੀ ਹੈ ਇਹ ਮਤ, ਉਹਦਾ ਉਗਣ ਵਾਲੀ ਗੱਲ ਹੈ ਨਾ, ਜਲ ਪਦਾਰਥ ਵਾਲੀ, ਉਹ ਫਿਰ ਤੁਰਕੀ ਬਾਣੀ ਸਿੱਧੀ ਹੁੰਦੀ। ਅਸਲ ਤਾਂ ਤੁਰਕੀ ਬਾਣੀ ਵਿਵੇਕ ਬੁੱਧੀ ਹੈ। ਉਹ ਜਿਹੜੀ ਸਾਡੀ ਬੁੱਧੀ ਹੁੰਦੀ ਹੈ ਨਾ, ਗੁਰਬਾਣੀ ਰਚਦੀ ਵੀ ਹੈ, ਅਸੀਂ ਉਹਨੂੰ ਵਿਵੇਕ ਬੁੱਧੀ ਕਹਿ ਦਿੰਦੇ ਹਾਂ, ਪਰ ਉਹ ਜ਼ਿਆਦਾ ਹੈ ਵਿਵੇਕ ਬੁੱਧੀ, ਚੇਤਨ ਨਹੀਂ ਹੁੰਦੀ। ਉਹ ਸਾਡੀ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ ਕਿ ਮਾਇਆ ਨਾ ਹੋ। ਉਹਨੂੰ ਲਾਲਣ ਨਹੀਂ ਕਿਹਾ, ਉਹਨੂੰ ਕਲਾਲਣ ਕਿਹਾ। ਇੰਨਾ ਫਰਕ ਰੱਖਿਆ ਉਹਦੇ ਵਿੱਚ। ਜੋ ਮਾਇਆ ਨਾਲ ਸੰਪਰਕ ਕਰਦੀ ਹੈ ਜਾਂ ਵਿਵੇਕ ਬੁੱਧੀ, ਫਿਰ ਉਹ ਕਲਾਲਣ ਬਣ ਜਾਂਦੀ। ਚਾਹੇ ਗੁਰਬਾਣੀ ਹੋ ਰਚੇ, ਮਾਇਆ ਨਾਲ ਸੰਪਰਕ ਹੋ ਗਿਆ। ਪਰ ਜਿੰਨਾ ਚਿਰ ਮਾਇਆ ਨਾਲ ਸੰਪਰਕ ਹੈ ਉਹਨਾਂ ਚਿਰ ਥਿਰ ਨਹੀਂ ਹੈਗਾ, ਅਸਥਿਰ ਹੈ। ਅਸਥਿਰ ਚੀਜ਼ ਤੇ ਮਾਲੇ ਮਨ ਇਹ ਇੱਕ ਚਾਹੇ ਹੋ ਗਿਆ। ਜਿੰਨਾ ਚਿਰ ਮਾਇਆ ਦੇ ਵਿੱਚ ਬੋਲਦਾ, ਉਪਦੇਸ਼ ਕਰਦਾ, ਮਾਇਆ ਨਾਲ ਸੰਪਰਕ ਹੈ ਇਹਦਾ, ਉਹਨਾਂ ਚਿਰ ਫਰਕ ਹੈ ਦੋਹਾਂ ਦੇ ਵਿੱਚ। ਉਹਨਾਂ ਚਿਰ ਅਸਥਿਰ ਕਿਹਾ ਜਾਊ, ਉਹਨੂੰ ਥਿਰ ਨਹੀਂ ਕਿਹਾ ਜਾ ਸਕਦਾ। ਉਹਨਾਂ ਚਿਰ ਕਲਾਲਾ ਲਾਲਣ ਨਹੀਂ ਹੈ। ਜਾਂ ਸਰੀਰ ਛੱਡ ਗਿਆ ਫਿਰ ਲਾਲਣ। ਜਾਂ ਕਹਿੰਦੇ ਮੋਹ ਲਾਲਣ ਸਿਉ ਪ੍ਰੀਤ ਬਣੀ, ਮੋਹ ਲਾਲਣ ਸਿਉ ਤੇ ਲਾਲਣ ਹੋਰ ਹੈ ਨਾ, ਜਿਹਦੀ ਪ੍ਰੀਤ ਹੋਰ ਹੈ। ਲਾਲਣ ਤਾਂ ਤੁਰਕੀ ਬਾੜੀ ਹੈ, ਪ੍ਰੀਤ ਉਹਦੇ ਨਾਲ ਹੈ। ਉਹਦਾ ਬੁਲਾਇਆ ਬੋਲਦਾ ਉਹਨਾਂ ਚਿਰ, ਜਿੰਨਾ ਚਿਰ ਸਰੀਰ ਹੈ ਉਹਦਾ ਬੁਲਾਇਆ ਬੋਲਦਾ, ਉਹਨਾਂ ਚਿਰ ਫਰਕ ਹੈ। ਉਹਦੇ ਬਾਅਦ ਕੋਈ ਫਰਕ ਨਹੀਂ। ਜਿੰਨਾ ਚਿਰ ਦਰਿਆ ਦੇ ਵਿੱਚ ਪਾਣੀ ਵਗਦਾ ਹੈ, ਨੀਵੇਂ ਤੋਂ ਉਹਨੂੰ ਜਾ ਰਿਹਾ ਹੈ, ਉਹਨਾਂ ਚਿਰ ਫਰਕ ਹੈ। ਜਦ ਸਮੁੰਦਰ ਜਾਲ ਤੇ ਟਿਕ ਗਿਆ ਫਿਰ ਸਮੁੰਦਰ ਹੋ ਗਿਆ। ਜਿੰਨਾ ਚਿਰ ਅਸਥਿਰ ਹੈ ਦਰਿਆ, ਅਸਥਿਰ ਵਗਦਾ ਨਾ, ਅਸਥਿਰ ਹੈ, ਉਹਨਾਂ ਚਿਰ ਦਰਿਆ ਹੈ। ਚਾਹੇ ਜੁੜਿਆ ਹੋਇਆ ਪਾਣੀ, ਦਰਿਆ ਦਾ ਸਮੁੰਦਰ ਦਾ ਪਾਣੀ ਕੋਈ ਹੈ ਜਾਏ, ਪਰ ਵਗਦਾ ਚੱਲਦਾ। ਉਹ ਚਾਲ ਹੈ, ਸਮੁੰਦਰ ਚਾਲ ਹੈ ਨਹੀਂ। ਸਮੁੰਦਰ ਵੱਲ ਨੂੰ ਜਾ ਰਿਹਾ ਨਾ, ਸਮੁੰਦਰ ਵੱਲ ਨੂੰ ਜਾ ਰਿਹਾ ਨਾ, ਉਹਨਾਂ ਚਿਰ ਫਰਕ ਹੈ। ਜਾਂ ਟਿਕ ਗਿਆ ਫਿਰ ਸਰੀਰ ਤਾਂ ਅਗਰ ਹੈ, ਉਹ ਜਿਹਦੇ ਚਿਰ ਸਰੀਰ ਹੈ, ਜਿਹਦੇ ਚ ਬੋਲਦਾ, ਹਵਾ ਪਵਨ ਪਿਆਲਾ ਸਾਜਦਾ, ਪਵਨ ਤਾਂ ਹਵਾ ਫਿਰ ਇੱਕ ਜੋ ਬਾਤ ਅਨੂਪ ਬਣੀ ਜਾਂ ਪਵਨ ਪਿਆਲਾ ਸਾਜਿਆ। ਇੱਕ ਹੱਥ ਦੇ ਵਿੱਚ ਜੇ ਕੋਈ ਮਿਸਤਰੀ ਹੈ, ਕੰਮ ਕਰਦਾ ਹੈ, ਤਾਂ ਉਹਦਾ ਹੱਥ ਗਾਰੇ ਨਾਲ ਆਇਆ, ਸਿਮਟ ਨਾਲ ਲੱਗਣਾ, ਸਿੱਟਾ ਪੈਣਾ ਤਾਂ ਕੁਦਰਤੀ ਗੱਲ ਹੈ। ਜੇ ਕੋਈ ਕੰਮ ਕਰੂ ਤਾਂ ਕੁਦਰਤੀ ਗੱਲ ਹੈ, ਹੱਥ ਤਾਂ ਲਾਊਗਾ ਹੀ ਲਾਊਗਾ। ਜੇ ਮਾਇਆ ਨੂੰ ਹੱਥ ਲਾ ਰਿਹਾ ਹੈ, ਹੱਥ ਨਾਲ ਲਾਈ ਕੋ ਸਾਹਮਣੇ ਜਲ ਗਿਆ ਸੀ, ਢੋਲਾ ਗਿਆ ਨਹੀਂ, ਪਰ ਉਹਦਾ ਹੱਥ ਜਲਦਾ ਨਹੀਂ, ਇੰਨੀ ਗੱਲ ਜ਼ਰੂਰ ਹੈ। ਹੁਣ ਹੱਥ ਨਹੀਂ ਜਲਦਾ, ਉਹ ਤਰੀਕੇ ਨਾਲ ਨਹੀਂ ਹੱਥ ਲਾਉਂਦਾ ਉਹ, ਜੇ ਜਲ ਜਾਵੇ।
ਜਿਆਦਾ ਜ਼ਿਆਦਾ ਜਾਂ ਮੋਹ ਬਣ ਕੇ ਹੱਥ ਲਾਉਂਦਾ, ਜਿਆਦਾ ਜ਼ਿਆਦਾ ਜਾਂ ਆਪਣੇ ਬਣ ਕੇ ਹੱਥ ਲਾਉਂਦਾ, ਇੰਨੀ ਉਹਦੇ ਚ ਕਲਾ ਹੈਗੀ। ਜੇ ਹੱਥ ਵੀ ਲਾਉਣਾ ਹੱਥ ਜਲਦਾ ਵੀ। ਹੁਣ ਜਿਹੜਾ ਟ੍ਰੇਨ ਆਦਮੀ ਬਿਜਲੀ ਦਾ ਕੰਮ ਕਰਦਾ ਉਹ ਕੰਮ ਵੀ ਕਰੀ ਜਾਂਦਾ, ਕਰੰਟ ਵੀ ਆਉਂਦਾ, ਉਹਨੂੰ ਕਰੰਟ ਲੱਗਦਾ ਵੀ ਨਹੀਂ, ਉਹਨੇ ਇੰਤਜ਼ਾਮ ਕੀਤਾ ਹੋਇਆ ਆਪਣਾ। ਪਰ ਜੇ ਦੂਜਾ ਕੋਈ ਆਦਮੀ ਹੱਥ ਲਾ ਦੇਵੇ ਉਹਨੂੰ ਕਰੰਟ ਲੱਗ ਜਾਂਦੀ ਹੈ। ਬਸ ਇੰਨੀ ਉਹ ਕਲਾ ਉਹਦੇ ਵਿੱਚ। ਮਾਇਆ ਨੂੰ ਕੁਛ ਕਹਿੰਦੀ ਨਹੀਂ, ਮਾਇਆ ਦਾ ਪ੍ਰਭਾਵ ਨਹੀਂ ਉਹਦੇ ਤੇ, ਪ੍ਰਭਾਵਹੀਨ ਹੋ ਗਿਆ। ਮਾਇਆ ਕਦੇ ਨਾ ਹੋਵੇ ਨਾ ਲੱਗੇ, ਬਸ ਉਹ ਜ਼ਮੀਨ ਤਾਂ ਨਹੀਂ ਹੁੰਦੀ ਹੈ, ਉਹਨੂੰ ਦਾਗ ਲੱਗਦਾ। ਮੈਂ ਛੱਡ ਦੇਵੇ ਫਿਰ ਤਾਂ ਦਾਗ ਲੱਗਦਾ ਕੋਈ। ਜਿੰਨੇ ਕਿ ਨਾ ਸਮੁੰਦਰ ਚ ਉਹਨੇ ਚ ਖਤਰਾ ਤਾਂ ਹੈ ਉਹ। ਹਾਂਜੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਈ। ਮੈਨੂੰ ਸਤਿਗੁਰ ਬਾਟ ਨਾ ਪਾਈ, ਸੱਚ ਦੇ ਗਿਆਨ ਤੇ ਫਿਰ ਇਹ ਰਾਹ ਦਾ ਹੀ ਨਹੀਂ ਪਤਾ ਲੱਗਦਾ ਰਾਹ ਕੀ ਹੈ। ਜਿਹੜਾ ਰਸਤਾ ਹੀ ਦੱਸ ਕੇ ਆਇਆ ਪਿੱਛੇ ਸਾਰਾ, ਇਹ ਰਸਤੇ ਵਿੱਚ ਗਾਇਆ ਤੋਂ ਦੰਦੀਆਂ ਨੇ ਕਹਿੰਦੇ ਪਰ ਥਣ ਕਿਸੇ ਦੇ ਕੋਈ ਹੈ ਨਹੀਂ। ਇਹ ਦੇਸ਼ ਹੈ ਕੋਈ ਜਿੱਥੇ ਸਭ ਕੁਛ ਹੁੰਦਾ ਹੈ। ਇਹ ਕਿਸੇ ਦੇਸ਼ ਦੀ ਗੱਲ ਕੀਤੀ ਹੈ, ਪਰ ਲੋਕ ਦੀ ਗੱਲ ਕੀਤੀ ਹੈ। ਉੱਥੇ ਗਾਇਆ ਦੁੱਧ ਦਿੰਦੀਆਂ ਨੇ ਪਰ ਥਣ ਕਿਸੇ ਦੇ ਹੋਇਆ ਨਹੀਂ। ਸਾਰੀਆਂ ਦੁੱਧੇ ਜੋੜੀਆਂ ਗਾਇਆ ਨੇ ਉੱਥੇ। ਉਹ ਬਾਣੀ ਤੁਰ ਕੇ ਦੁੱਧੇ ਆ, ਉਹ ਸਿੱਧਾ ਮੱਖਣੇ ਆਉਂਦਾ, ਦੁੱਧ ਕਾਹਦਾ ਮੱਖਣ ਆਉਂਦਾ। ਇਹ ਸੱਚਖੰਡ ਦੀ ਗੱਲ ਹੈ, ਸਾਰੀ ਨਿਰਾਕਾਰੀ ਦੁਨੀਆ ਦੀ ਗੱਲ ਹੈ ਪਿੱਛੇ। ਪਰ ਇਹ ਨਿਰਾਕਾਰੀ ਦੁਨੀਆ ਦਾ ਰਾਹ ਸਤਿਗੁਰ ਤੋਂ ਬਿਨਾਂ ਨਹੀਂ ਪਤਾ ਲੱਗਦਾ। ਮੈਨੂੰ ਸਤਿਗੁਰ ਬਾਟ ਨਾ ਪਾਏ, ਇਹ ਰਾਹ ਦਾ ਨਹੀਂ ਪਤਾ ਲੱਗਿਆ ਕਿਸੇ ਨੂੰ। ਜਿੰਨਾ ਚਿਰ ਸੱਚ ਦਾ ਨਹੀਂ ਪਤਾ ਲੱਗਦਾ, ਇਸ ਰਸਤੇ ਦਾ ਪਤਾ ਨਹੀਂ ਲੱਗਦਾ। ਸਤਿਗੁਰ ਦਾ ਮਿਲੋ ਸੱਚ ਦਾ ਗਿਆਨ, ਚਾਹੇ ਉਹ ਕਿਸੇ ਗ੍ਰੰਥ ਚੋਂ ਮਿਲ ਜਾਵੇ, ਚਾਹੇ ਉਹ ਕਿਸੇ ਆਦਮੀ ਤੋਂ ਮਿਲ ਜਾਵੇ, ਮਿਲ ਜਾਵੇ ਗਿਆਨ। ਜਿਹਨੂੰ ਗਿਆਨ ਮਿਲ ਗਿਆ ਉਹਨੂੰ ਸਮਝ ਆ ਗਈ, ਉਹ ਉੱਥੇ ਜਾ ਕੇ ਦੇਖ ਲੂਗਾ। ਉਹ ਦੇਖੇ ਤੇ ਪਤਾ ਲੱਗੂਗਾ, ਇਹ ਦੇਖੇ ਤੇ ਯਕੀਨ ਆਊਗਾ ਸਭ ਕੁਛ। ਸੁਣੇ ਤੇ ਯਕੀਨ ਨਹੀਂ ਆਉਂਦਾ। ਇਹ ਸ਼ਬਦ ਨੂੰ ਸੁਣੇ ਤੇ ਯਕੀਨ ਨਹੀਂ ਆ ਸਕਦਾ ਕਿਸੇ ਨੂੰ। ਇਸ ਕਰਕੇ ਸਤਿਗੁਰ ਦੀ ਬਾਣੀ ਨੂੰ ਸਤ ਕਰੇ ਬੋਲੋ ਗੁਰ ਸਿੱਖੋ ਤਾਂ ਕਿਹਾ ਉਹਨਾਂ ਨੇ। ਕਿਉਂ ਕਰਤਾ ਪ੍ਰਕਾਪ ਮੂੰਹ ਕਢਾ ਰਿਹਾ, ਪਰ ਇਹ ਮੰਨਣ ਵਾਲੀ ਗੱਲ ਹੈ ਨਹੀਂ ਇਹ ਕੋਈ ਵੀ। ਮੰਨੂਗਾ ਜਾਂ ਦੇਖ ਲੂਗਾ, ਦੇਖੂਗਾ ਕਾਹਦੇ ਜਾਂ ਸੱਚ ਦਾ ਗਿਆਨ ਮਿਲੂਗਾ, ਰਸਤਾ ਬਣੂਗਾ ਤਾਂ ਹੀ ਦੇਖੂਗਾ ਰਾਹ ਜਾ ਕੇ। ਸਾਹ ਗੱਲ ਹਾਂਜੀ। ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਈ। ਕਬੀਰ ਤੁਹਾਨੂੰ ਸਮਝਾ ਕੇ ਗੱਲ ਇਹ ਕਹਿ ਰਿਹਾ ਵੀ ਇਹ ਹੈ ਜ਼ਰੂਰ ਸਭ ਕੁਝ ਠੀਕ, ਪਰ ਸੱਚ ਦਾ ਗਿਆਨ ਲੈ ਲਓ। ਦੇਖੋ ਪਹੁੰਚੋ ਉੱਥੇ, ਉੱਥੇ ਨਹੀਂ ਬਸ ਫੜ ਲਓ, ਉੱਥੇ ਜਾ ਕੇ ਲਾਊ। ਹਾਂਜੀ, ਸੰਗ ਸਖਾ ਵੋ ਲੀਏ ਬਾਲ। ਹੁਣ ਜਿਹਨੂੰ ਸੱਚ ਦਾ ਗਿਆਨ ਦੇਣਾ ਸੀ ਉਹ ਕੌਣ ਸੀ? ਸੱਚ ਦਾ ਗਿਆਨ ਕਦੇ ਮਿਲਿਆ ਪ੍ਰਹਲਾਦ ਨੂੰ। ਪ੍ਰਹਲਾਦ ਨੂੰ ਸੱਚ ਦਾ ਗਿਆਨ ਮਿਲ ਗਿਆ ਪਹਿਲਾਂ ਬਚਪਨ ਚ, ਫਿਰ ਉਹ ਪੜਾਉਣ ਲੱਗ ਗਿਆ ਪੰਡਤ ਦੂਈ ਪੜਾਈ, ਆਕਾਸ਼ੀ ਮਾਤਾ ਦੀ ਪੜਾਈ ਆ, ਗੁਰਮਾਤਾ ਦੀ ਪੜਾਈ ਦੇ ਸਿੰਘ ਫਾਜਾ ਨੇ ਇੱਥੇ। ਉਹਨੇ ਬਕਵਾਸ ਕਰਦੇ ਨੇ ਕਾਸ਼ੀ ਮਾਤੇ ਸਿੰਘ ਤਾਂ ਪ੍ਰਹਲਾਦ ਦੇ ਫਸਲ ਪਏ ਨੇ, ਇੱਥੇ ਦੇਖ ਲੈਣ। ਪ੍ਰਹਲਾਦ ਕੀ ਸੀ? ਪ੍ਰਹਲਾਦ ਨਾਰਦ ਨੇ ਪੜਾਇਆ ਪਹਿਲਾਂ, ਸਮਝਿਆ ਨਹੀਂ? ਫਿਰ ਆ ਗਿਆ ਪੰਡਤ ਪੜਾਉਣ ਵਾਲਾ ਕਾਸ਼ੀ ਵਾਲਾ, ਫਸ ਗਏ ਸਿੰਘ ਇੱਥੇ। ਸਿੱਧੇ ਹੀ ਬਗੈਰ ਪ੍ਰਹਲਾਦ ਪਠਾਏ ਪੜ੍ਹ ਅਨੁਸਾਰ ਸੰਗ ਸਖਾ ਵੋ ਲੀਏ ਬਾਲ। ਬਹੁਤ ਸਾਰੇ ਹੋਰ ਬਾਲ ਗਨਾਲ ਨੇ, ਸੰਗ ਸਖਾ ਬਹੁਤ ਲੀਏ ਬਾਲ। 4 ਸਾਲ ਦੇ ਵਿੱਚ ਪੜਾ ਭੇਜਤਾ ਰਾਜੇ ਨੇ ਪੜ੍ਹਨ। ਨਿਆਣੇ ਨੂੰ ਪੜਾਉਣਾ ਅਸਲ ਚ ਪ੍ਰਹਲਾਦ ਦੀ ਮਾਂ ਜਿਹੜੀ ਸੀ ਨਾ, ਉਹ ਨਾਰਦ ਤੋਂ ਗਿਆਨ ਸੁਣਦੀ ਹੁੰਦੀ ਸੀ। ਰਾਣੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਨੇ, ਔਰਤਾਂ ਵੀ ਬਹੁਤ ਸਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਇਸ ਗਿਆਨ ਨੂੰ ਪ੍ਰੇਮ ਕਰਦੀਆਂ, ਚੰਗਾ ਸਮਝਦੀਆਂ ਨੇ ਸੱਚ ਨੂੰ। ਉਹਨਾਂ ਲਈ ਭਗਤ ਪੈਦਾ ਹੁੰਦੇ ਨੇ, ਇਹ ਵੀ ਗੱਲ ਠੀਕ ਹੈ। ਚਾਹੇ ਉਹ ਆਪ ਮੁਕਤ ਨਾ ਹੋਣ ਔਰਤਾਂ,
ਭਗਤ ਉਹਨਾਂ ਦੇ ਜਨਮ ਲੈਂਦੇ। ਭਗਤ ਨਹੀਂ ਕਿਸੇ ਦਾ ਜਨਮ ਲੈ ਸਕਦਾ। ਜੇ ਉਹਦੀ ਮਾਂ ਸੱਚ ਦੇ ਗਿਆਨ ਨੂੰ ਨਾ ਮੰਨਦੀ ਹੋਵੇ ਉਹਦੇ ਭਗਤ ਨਹੀਂ ਪੈਦਾ। ਬਾਪ ਚਾਹੇ ਕਹੇ ਜਾਈ ਹੋਵੇ, ਬਾਪ ਦਾ ਵੀ ਰੌਲਾ ਹੈ। ਬਾਪ ਚਾਹੇ ਉਲਟ ਵੀ ਹੋਵੇ, ਕਿਉਂਕਿ ਬਹੁਤ ਵਾਲੇ ਸਮਾਂ ਹੁੰਦਾ ਬੱਚੇ ਦਾ ਜ਼ਿਆਦਾ, ਉਹਦਾ ਹੀ ਅਸਰ ਪੈਣਾ ਸਾਰਾ। ਹੁਣ ਮਾਂ ਨਾਰਦ ਤੋਂ ਕਥਾ ਸੁਣਦੀ ਹੁੰਦੀ ਸੀ। ਕਦ ਇਹ ਲਿਖਿਆ ਹੋਇਆ ਵੀ ਜਦ ਬੱਚਾ ਹੋਵੇ ਪੇਟ ਦੇ ਵਿੱਚ, ਮਾਂ ਨੂੰ ਸੁਣਨਾ ਚਾਹੀਦਾ, ਧਰਮ ਦੇ ਗੱਲਾਂ ਸੁਣੀਆਂ ਚਾਹੀਦੀਆਂ ਜਾਂ ਕਿ ਬੱਚਾ ਜਿਹੜਾ ਧਾਰਮਿਕ ਹੋਵੇ। ਇਹ ਪੁਰਾਣੇ ਜ਼ਮਾਨੇ ਤੇ ਹੀ ਹੈ। ਹੁਣ ਉਹਦੀ ਇੱਛਾ ਹੋਈ ਵੀ ਮੈਂ ਨਾਰਦ ਤੋਂ ਕਥਾ ਸੁਣਨੀ ਹੈ, ਅਮਰ ਕਥਾ ਸੁਣਨੀ ਹੈ। ਇਹ ਪਹਿਲਾਂ ਤਾਂ ਪ੍ਰਚਲਿਤ ਗੱਲ ਸੀ। ਉਹ ਰਾਜਾ ਨੂੰ ਵੀ ਔਖਾ ਸੀ। ਰਾਜਾ ਨੇ ਕੋਈ ਐਸਾ ਹੋਣਾ, ਨਾਰਦ ਕੋਈ ਇੱਕ ਆਦਮੀ ਦਾ ਨਾਮ ਨਹੀਂ ਹੈ, ਨਾਰਦ ਗੁਰਮੁਖ ਦਾ ਨਾਮ ਹੈ, ਗੁਰਮੁਖ ਦਾ ਨਾਮ। ਉਹਨੇ ਕਿਸੇ ਗੁਰਮੁਖ ਨੂੰ ਕਿਹਾ ਭਾਈ ਤੂੰ ਕਥਾ ਕਰਿਆ ਕਰ, ਸੁਣਾਇਆ ਕਰ। ਹੁਣ ਗ੍ਰੰਥ ਪੁਰਾਣੇ ਥੇ ਜਿਹੜੇ ਕਬੀਰ ਨੇ ਪੜ੍ਹੇ ਨੇ, ਇਹ ਜਿਹੇ ਹੋਣੇ ਨੇ, ਜਾਂ ਵੇਦ ਹੋਊਗਾ, ਕੁਛ ਵੀ ਹੋਊ, ਗੁਰਮਤਿ ਅਨੁਸਾਰ ਸੀ ਸਾਰੀ ਗੱਲ। ਭਾਸ਼ਾ ਕੋਈ ਵੀ ਹੋਵੇ ਉਸ ਵੇਲੇ ਉਹ ਸੁਣਾਉਂਦਾ ਰਿਹਾ, ਸੁਣਾਉਂਦਾ ਰਿਹਾ। ਉਹ ਬਾਲਕ ਵੀ ਪੈਦਾ ਹੋ ਗਿਆ। ਉਹ ਕਹਿੰਦੇ ਵੀ ਮੈਨੂੰ ਤਾਂ ਸੁਣਾ ਹੀ ਜਾ ਜਿੰਨੇ ਚਿਰ ਮੈਨੂੰ ਗਿਆਨ ਨਹੀਂ ਹੋ ਜਾਂਦਾ। ਕਿਉਂਕਿ ਝੜਕ ਜਿਹੜੇ ਆਦਮੀ ਨੇ ਨਹੀਂ ਝੜਕ ਪੈ ਗਿਆ ਫਿਰ ਉਹ ਛੁੱਟਦੀ ਨਹੀਂ। ਇਹਦਾ ਵੀ ਨਸ਼ਾ। ਉਹ ਬਾਹਰ ਬੋਲਦਾ ਕਹਿੰਦੀ ਮੈਂ ਤਾਂ ਰੋਜ਼ੇ ਖੁੱਲੇ ਕਰਦੀ ਹੈ ਕਥਾ। ਉਹਨੂੰ ਆਸ ਹੋਣ ਲੱਗ ਗਿਆ। ਇਹ ਬਹੁਤ ਡਰ ਸੀ ਨਾ। ਜੀ ਮੈਨੂੰ ਸੁਣ ਲਗਾ ਉਹ ਰਾਜੇ ਦੇ ਰਾਣੀਆਂ ਦਾ ਘਾਟਾ ਕੁਛ ਚੀਜ਼ ਦਾ ਵੇਲ ਹੁੰਦਾ। ਕਥਾ ਤੋਂ 2 ਘੰਟੇ ਸੁਣੇਗਾ, ਸੁਣੋ, ਇੱਕ ਤਾਂ ਗਿਆਨ ਵਧੂਗਾ, ਇੱਕ ਇਹਦਾ ਫਲ ਵੀ ਦਾ ਹੋ। ਤਾਂ ਉਹ ਬੁੱਢਾ ਵੀ ਸੁਣ ਲੱਗ ਗਿਆ, ਬੜਾ ਹੋ ਗਿਆ। ਪਹਿਲਾਂ ਅਸਲ ਵਿੱਚ 5-7 ਸਾਲ ਨਿਆਣਿਆਂ ਨੂੰ ਸਕੂਲ ਨਹੀਂ ਸੀ ਭੇਜਦੇ। 6 ਸਾਲ ਤਾਂ ਭੇਜਦੇ ਹੀ ਨਹੀਂ ਸੀ। 6-7 ਸਾਲ ਨੂੰ ਭੇਜਦੇ। 6-7 ਸਾਲ ਦੇ ਵਿੱਚ ਇਹਨਾਂ ਨੇ ਅਸਰ ਪੈ ਜਾਂਦੇ ਸੁਣ ਕੇ। ਬਾਹਰ ਉਹਨੂੰ ਕੋਈ ਬਣਾ ਲੈਣਾ ਵੀ ਇਹ ਵੀ ਸਕੂਗਾ ਨਿਆਣੇ ਤੇ ਅਸਰ ਪੈਂਦਾ। ਹੁਣ ਉਹਦਾ ਅਸਰ ਜ਼ਿਆਦਾ ਹੀ ਪੈ ਗਿਆ, ਜ਼ਿਆਦਾ ਹੀ ਪੈ ਗਿਆ ਅਸਰ। ਫਿਰ ਉਹਨੂੰ ਦੂਜੀ ਪੜ੍ਹਾਉਣ ਭੇਜਤਾ ਉਹਨੇ ਸਕੂਲ ਚ। ਰਾਜੇ ਨੇ ਕਰਨਾ ਤਾਂ ਰਾਜ ਹੈ, ਉਹਨੇ ਸਾਥ ਥੋੜੀ ਬਣਨਾ, ਕਿ ਗੁਰੂ ਥੋੜੀ ਬਣਨਾ, ਪ੍ਰਚਾਰਕ ਥੋੜੀ ਬਣਨਾ, ਰਾਜ ਕਰਨਾ। ਉਹ ਪੰਡਤ ਨੇ ਭੇਜਤਾ ਪੜ੍ਹਾਉਣ। ਪੰਡਤ ਨੇ ਨਾਲ ਸ਼ਾਸਤਰਾਂ ਦੀ ਭਾਸ਼ਾ ਪੜ੍ਹਾਉਣੀ ਸੀ, ਜਿਹੜੀਆਂ ਕੰਮ ਆਉਣ ਵਾਲੀ ਹੈ। ਰਾਜ ਪ੍ਰਬੰਧ ਜੋ ਕੁਛ ਕੰਮ ਆਉਣ ਵਾਲਾ ਸ਼ਾਸਤਰ ਦੁਆਰਾ ਉਹੀ ਪੜ੍ਹਾਉਣੇ ਸੀਗੇ। ਉਹ ਕਹਾਣੀ ਇੱਥੇ ਚੱਲੀ ਹੈ। ਤੇ ਹੋਰ ਵੀ ਮੁੰਡੇ ਸੀ ਪਾਠਸ਼ਾਲਾ ਦੇ ਮੁੰਡੇ, ਜਿਹੜੇ ਹੋਰ ਅਹਿਲਕਾਰ ਨੇ, ਵਜ਼ੀਰ ਨੇ, ਬੜੇ ਆਦਮੀ ਨੇ, ਉਹਨਾਂ ਦੇ ਮੁੰਡੇ ਹੋਣੇ ਨੇ। ਚਲੋ ਜੇ ਆਮ ਜਨਤਾ ਦੇ ਨਹੀਂ ਹੋਣੇ, ਹੋਰ ਵੀ ਤਾਂ ਸੀਗਾ ਹੀ ਰਾਜੇ ਦੇ। ਵੱਡੇ ਸਕੂਲਾਂ 'ਚ ਵੱਡੇ ਮੁੰਡੇ ਹੋਣੇ ਨੇ, ਵੱਡੇ ਆਦਮੀਆਂ ਦੇ, ਗਰੀਬਾਂ ਦੇ ਨਾ ਸਹੀ। ਉਹਨਾਂ ਦੇ ਵਿੱਚ ਉਹਨੂੰ ਵੀ ਭੇਜਤਾ ਪੜ੍ਹਾਉਣ। ਉਹ ਤੋਂ ਕਹਾਣੀ ਸ਼ੁਰੂ ਹੋ ਗਈ। ਪਹਿਲਾਂ ਤਾਂ ਪੜ੍ਹਾਈ ਪੜ੍ਹਿਆ ਹੁਣ ਪੜ੍ਹਾਈ ਪੜ੍ਹਾਉਣੀ ਸ਼ੁਰੂ ਕਰਤੀ ਪੰਜਾਬੀ। ਉਹ ਹਟ ਗਿਆ ਵੀ ਇਹ ਕੀ ਗੱਲ ਆ ਬਈ। ਹਾਂਜੀ, ਮੋਕੋ ਕਹਾਂ ਪੜਾਉਸ ਆਲ ਜਾਲ, ਮੇਰੀ ਪਟੀਆਂ ਲਿਖ ਦਿਓ ਸ੍ਰੀ ਗੋਪਾਲ। ਉਹ ਕਹਿੰਦਾ ਹੈ ਕਿ ਪੜਾਉਣ ਲੱਗੇ ਤੁਸੀਂ ਮੈਨੂੰ ਪੁੱਠੀ ਪੜਾਈ। ਇਹ ਤਾਂ ਕੋਈ ਮਾਇਆ ਨਾਲ ਜੋੜ ਦਿਓ, ਮੈਨੂੰ ਫਸਾਉ ਦਿਓ। ਇਹ ਨਹੀਂ ਮੈਂ ਪੜ੍ਹਨੀ, ਮੈਨੂੰ ਆਲ ਜਾਲ ਨੇ ਪੜਾਓ। ਮੇਰੀ ਪਟੀਆਂ ਲਿਖ ਦਿਓ ਸ੍ਰੀ ਗੋਪਾਲ। ਮੈਨੂੰ ਸ੍ਰੀ ਗੋਪਾਲ ਦੱਸੋ ਮੇਰੇ ਹਿਰਦੇ ਚ। ਉਹ ਹਿਰਦੇ ਸ੍ਰੀ ਗੋਪਾਲ ਆ ਨਾ, ਉਹਦਾ ਦਰਸ਼ਨ ਕਰਾਓ ਮੈਨੂੰ, ਉਹ ਸਮਝਾਓ ਕੀ ਹੈ। ਉਹ ਲਿਖੋ ਮੇਰੇ ਅੰਦਰ ਸੱਚ ਦੀ ਗੱਲ ਲਿਖੋ, ਝੂਠ ਝੂਠ ਲਿਖੋ। ਸੰਸਾਰੀ ਪੜ੍ਹਾਈ ਮੈਂ ਨਹੀਂ ਪੜ੍ਹਨੀ, ਨਿਰਾਕਾਰੀ ਦੁਨੀਆ ਦੀ ਗੱਲ ਪੜ੍ਹਾਓ ਮੈਨੂੰ। ਜੇ ਪੜ੍ਹਾਉਣੀ ਹੈ ਜਿਹੜੀ ਮੈਂ ਪੜ੍ਹਨ ਆਇਆ, ਸਮਝਣ ਆਇਆ, ਮੈਂ ਸੰਸਾਰ ਇਹਦਾ ਰਾਜ 4 ਦਿੰਦਾ। ਤੂੰ ਰਾਜ ਕਰਨਾ ਕਹਿੰਦਾ ਮੈਂ ਨਹੀਂ ਕਰਨਾ। ਇਹ ਰਾਜ ਹੈ, ਮੈਂ ਵਿਨਾਸ਼ੀ ਰਾਜ ਕਰਨਾ। ਉਹ ਕਰੋ। ਆ ਰਾਜ ਤਾਂ ਕਿੰਨਾ ਚਿਰ ਦਾ ਕੀ ਪਤਾ ਕਰ ਸਭ ਮੁੱਕ ਗਿਆ। ਤੁਸੀਂ ਗੱਲ ਕਰੋ ਜਿਹੜਾ ਰਾਜ ਜਾਣੇ ਨਹੀਂ ਉਹਦੀ।
ਉਹ ਬਣਾਓ ਮੈਨੂੰ ਪਾਤਾ ਸਾਪਾ ਨੂੰ ਪੰਡਤ ਨੂੰ ਬਜਾਣਾ ਕੀ ਪਤਾ ਪੰਡਤ ਤਾਂ ਪੜ੍ਹਾਈ ਨਹੀਂ ਜਾਣਦਾ ਕਾਸ਼ੀ ਵਾਲੇ ਤਾਂ ਪੜ੍ਹਾਈ ਨਹੀਂ ਜਾਣਦੇ ਇਹ ਕਾਸ਼ੀ ਵਾਲੇ ਤਾਂ ਆਹੀ ਜਾਣਦੇ ਨੇ ਫਸਾਉਣ ਆਹ ਫਸੇ ਹੋਏ ਨੇ ਮਾਇਆ ਚ ਦੂਏ ਨੂੰ ਫਸਾਉਣ ਜਾਣਦੇ ਨੇ ਆਪ ਡੁੱਬੇ ਚੋ ਬੇਦਬੇ ਚੇਲੇ ਦੇ ਕਿਹਨੇ ਬਹਾਏ ਕਾਸ਼ੀ ਵਾਲੇ ਨੇ ਤਾਂ ਹੀ ਸਿੱਖਾਂ ਨੂੰ ਕਹਿੰਦੇ ਨੇ ਭੇਜੇ ਤੇ ਬਹਾਉਣ ਵਾਸਤੇ ਸਿੱਖ ਵੀ ਰੋਡ ਤੇ ਬਾਹਰ ਸਿੱਖੀ ਇਹਨਾਂ ਨੇ ਕਾਸ਼ੀ ਵਾਲਿਆਂ ਨੇ ਨਿਰਮਲਾ ਦੀ ਭਾਈ ਹੈ ਜਿਹੜੇ ਰੌਲਾ ਪਾਉਂਦੇ ਨੇ ਆ ਜਾ ਮੈਦਾਨ ਜਾ ਕੇ ਗੱਲ ਕਰਨ ਟੀਵੀ ਤੇ ਕਰਨ ਜਿੱਥੇ ਮਰਜ਼ੀ ਕਰਨ ਅਕਾਲ ਤਖਤ ਤੇ ਆ ਜਾਣ ਜਾਂ ਪਬਲਿਕ ਜਾ ਜਾਣ ਦੱਸਣ ਤਾਂ ਸਹੀ ਝੂਠ ਬੋਲ ਕੇ ਤੁਸੀਂ ਮੇਰਾ ਕਰ ਲਿਆ ਨੁਕਸਾਨ ਹੁਣ ਤੁਹਾਨੂੰ ਉਹ ਭਜਾਵੋਗੇ ਮੁੜ ਕੇ ਦੋ ਦਿਨ ਮੂੰਹ ਨਹੀਂ ਕਰਨਾ ਜਦੋਂ ਪਠਾਨ ਭਜਾਏ ਤੇ ਨਾ ਸਿੱਖਾਂ ਨੇ ਮੁੜ ਕੇ ਮੂੰਹ ਨਹੀਂ ਸੀ ਕਰਦੇ ਉਹਦਾ ਮੂੰਹ ਨਹੀਂ ਕਰਨਾ ਸਿੱਖੀ ਵੱਲ ਕਹਿੰਦੇ ਵੀ ਆਏ ਬਹਿ ਜਾਓ ਸਿੱਖ ਬਣੋ ਜੇ ਤੁਸੀਂ 10 ਪਾ ਜਾਏ ਸਿੱਖਾਂ ਤੁਹਾਨੂੰ ਸਿੱਖ ਬਣਾ ਲੈਂਦੇ ਆ ਹਿੰਦੂ ਕਹਿੰਦੇ ਨੇ ਹਿੰਦੂ ਸਿੱਖੀ ਕੋਈ ਆ ਕੇ ਬਹਿ ਜਾਓ ਗੁਰਬਾਣੀ ਜੇ ਬੰਦੇ ਬੰਦੋ ਪੜਾਉਣੇ ਅਸੀਂ ਪੜਾਉਣੇ ਤੁਹਾਨੂੰ ਕਿ ਨੇੜੇ ਆ ਜਾਂਦਾ ਹੈ ਇਹ ਤਾਂ ਬਹੁਤ ਬੜਾ ਸਹੀ ਗੱਲ ਹੈ ਇਹ ਪ੍ਰਚੰਡ ਗਿਆਨ ਹੈ ਸਭੇ ਬੁੱਧੀ ਚਾਲੀਏ ਨੂੰ ਹਰ ਪ੍ਰਕਾਰ ਦੀ ਬੁੱਧੀ ਭਸਮ ਕਰ ਦਿੰਦੀ ਹੈ ਗੁਰਬਾਣੀ ਸਭੇ ਬੁੱਧੀ ਜਾਲੀਆਂ ਨੇ ਕਹੇ ਤਤ ਗਿਆਨ ਜਾਂ ਤਤ ਗਿਆਨ ਪ੍ਰਗਟ ਹੁੰਦਾ ਹਰੇਕ ਕਿਸਮ ਦੀ ਬੁੱਧੀ ਖਤਮ ਅੰਦਰ ਇਹਨਾਂ ਦੀ ਤਾਂ ਆਪਣੀ ਬੁੱਧੀ ਭਸਮ ਹੋ ਜੂਗੀ ਨੇੜੇ ਆਏ ਹਾਂਜੀ नहीं छोटू रे बाबा राम नाम मेरो और पढ़न सो नहीं काम ਉਹ ਕਹਿੰਦੇ ਰਾਮ ਨਾਮ ਛੱਡ ਦੇ ਇਹ ਪੜ੍ਹਾਈ ਹੋਰ ਹੈ ਪੜ੍ਹ ਲੈ ਰਾਜਾ ਨੂੰ ਪੜ੍ਹਾਈ ਦੀ ਲੋੜ ਹੈ ਰਾਜ ਨਹੀਂ ਹੁੰਦਾ ਪੜ੍ਹਾਈ ਬਿਨਾਂ ਪੰਡਤ ਕਹਿੰਦਾ ਉਹ ਛੱਡ ਦੇ ਹੁਣ ਉਹ ਪੜ੍ਹ ਲਈ ਤਾਂ ਉਹ ਵੀ ਰੱਖ ਆ ਵੀ ਪੜ੍ਹ ਲੈ ਉਹ ਕਹਿੰਦਾ ਗੱਲ ਝੂਠ ਹੈ ਨਹੀਂ ਛੋੜੂ ਨੇ ਬਾਬਾ राम नाम ਮੈਂ ਰਾਮ ਨਾਮ ਦੀ ਪੜ੍ਹਾਈ ਪੜ੍ਹਨੀ ਹੈ ਮੈਂ ਉਹ ਨਹੀਂ ਛੱਡਣੀ ਉਹੀ ਚਾਲੂ ਰੱਖ ਮੇਰੀ ਜੇ ਤੇਰੇ ਵੱਸ ਦੀ ਗੱਲ ਹੈ ਚਾਲੂ ਰੱਖ ਲੈ ਨਹੀਂ ਵੱਸ ਦੀ ਗੱਲ ਆਪਣੇ ਘਰ ਨੂੰ ਜਾ ਤੂੰ ਨਹੀਂ ਛੋੜੂ ਨੇ ਬਾਬਾ ਰਾਮ ਨਾਮ ਬੜੀ ਕਰਦਾ ਰਾਮ ਨਾਮ ਕਦੇ ਗੱਲਾਂ ਮੈਂ ਬੜਾ ਸਿਆਣਾ ਆ ਗਿਆ ਮੈਨੂੰ ਅਸਲ ਦੇ ਨਾਲ ਉਹ ਰਾਮ ਨਾਮ ਛੱਡ ਕੇ ਮੈਨੂੰ ਬਣੇ ਤੂੰ ਤਾਂ ਜਾਣ ਕੇ ਡੁੱਬਿਆ ਹੋਈ ਹੈ ਆਪ ਡੁੱਬੇ ਚਾਹ ਬੈਠ ਮੈਂ ਚੇਲੇ ਦੀ ਬਹਾਈ ਮੈਨੂੰ ਬਹਾਉਣੇ ਜਾਣਾ ਨਾਲ ਜਾਂ ਆਪਣੇ ਘਰ ਨੂੰ ਪਾਚਾ ਨਾਲੇ ਪੈਸੇ ਨਾਲੇ ਮੈਨੂੰ ਡਬੋਲ ਆ ਗਿਆ ਸਾਰੇ ਡਬੋਲ ਨੇੜੇ ਤੇ ਉਹ ਵਿਚਾਰਾ ਹੁਣ ਪੰਡਤ ਕੀ ਕਹਿ ਰਾਜੇ ਦਾ ਮੁੰਡਾ ਆਖਰ ਨੂੰ ਔਰ ਗਿਆਨਵਾਨ ਹੈ ਮੁੰਡਾ ਚਾਹੇ ਕੁਛ ਵੀ ਹੋਵੇ ਪੰਡਤ ਨਾਲ ਗਾਹਾਂ ਖੜਾ ਹੈ ਉਹ ਜੇ ਸਾਹਿਬਜ਼ਾਦੇ ਇਹ 8ਵੇਂ ਪਾਤਸ਼ਾਹ ਨਾ ਇੰਨਾ ਛੋਟੀ ਉਮਰ ਦੇ ਵਿੱਚ ਕਰਿਆਈ ਹੁੰਦੀ ਇਹ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਛੋਟੀ ਉਮਰ ਤੇ ਹੁਣ ਵੀ ਕੋਈ ਵਿਦਵਾਨ ਸ਼ਬਦਾਂ ਕਰ ਲੈਂਦੇ ਨੇ ਇੰਨੀ ਉਮਰ ਚ ਕਦੇ ਗਿਆਨ ਹੋ ਗਿਆ ਇਹ ਤੁਹਾਨੂੰ ਨਹੀਂ ਹੋਇਆ ਹੈਗਾ ਹੁਣ ਕਿਸੇ ਨੂੰ ਨਹੀਂ ਹੁੰਦਾ ਤੁਹਾਨੂੰ ਸਿਆਣੇ ਨੂੰ ਨਹੀਂ ਹੁੰਦਾ ਉਹਨੂੰ ਪੁੱਛਿਆ ਵੀ ਚਲੋ ਇੰਨੀ ਉਮਰ ਚ ਨਹੀਂ ਹੋਇਆ ਜਿਨ੍ਹਾਂ ਨੇ ਦਸਮ ਪਾਤਸ਼ਾਹ ਦੀ ਉਮਰ ਕਿੰਨੀ ਸੀ 2 ਸਾਲ ਦੀ ਤੁਸੀਂ ਮੰਨਦੇ ਹੋ ਅਸੀਂ 14 ਸਾਲ ਦੀ ਮੰਨਦੇ 14 ਸਾਲ ਦੀ ਉਮਰ ਚ ਗਿਆਨ ਹੋ ਗਿਆ ਸੀ ਉਹਨੂੰ ਬੁਰਾਈ ਬਣ ਗਈ ਸੀ 14 ਤੋਂ ਚਲੋ ਤੁਸੀਂ ਜਾਂਦੇ ਜਾਂਦਾ 45 ਸਾਲ ਦੀ ਉਮਰ ਬੰਦੇ ਹੋ 14 ਤੋਂ ਬਾਅਦ ਕੋਈ 40 ਦੀ ਉਮਰ ਦਾ ਤੁਸੀਂ 45 ਦੇ 70 ਦਾ ਨੂੰ ਤੁਹਾਨੂੰ ਕਿਉਂ ਨਹੀਂ ਗਿਆਨ ਹੋਇਆ ਉਹ ਤਾਂ 45 ਸਾਲ ਚ ਇਹਨਾਂ ਕੋਲ ਲਿਖਤਾ ਤੁਹਾਨੂੰ 70 ਸਾਲ ਦਾ ਨੂੰ ਨਹੀਂ ਹੋਇਆ ਜਾਂ 60 ਸਾਲ ਦਾ ਨੂੰ 50 ਸਾਲ ਤੁਹਾਨੂੰ ਤੁਸੀਂ ਇਹ ਗੱਲ ਸਮਝ ਸਕਦੇ ਤੁਸੀਂ 50 ਸਾਲ ਦੇ ਨੂੰ ਵੀ ਮੰਨ ਲਓ ਕਿ ਤੁਹਾਨੂੰ ਨਹੀਂ ਹੋਇਆ ਯਾਰ ਤੁਹਾਨੂੰ ਗਿਆਨ ਨਹੀਂ ਹੋਇਆ ਉਹਨਾਂ ਨੂੰ ਹੋ ਗਿਆ ਤੁਸੀਂ ਕਿਵੇਂ ਮੰਨ ਲਿਆ ਵੀ ਇਹ ਹੋ ਸਕਦਾ ਤੁਹਾਨੂੰ ਕਿਉਂ ਨਹੀਂ ਹੋਇਆ ਉਹਨਾਂ ਨੂੰ ਹੋ ਗਿਆ ਤੁਹਾਨੂੰ ਕਿਉਂ ਨਹੀਂ ਹੋਇਆ ਜੇ ਉਹਨਾਂ ਨੂੰ ਹੋ ਗਿਆ 14 ਸਾਲ ਜਾਂ 9 ਸਾਲ ਚ ਤਾਂ 7 ਸਾਲ ਚ ਵੀ ਹੋ ਸਕਦਾ ਉਹ ਤਾਂ ਕੋਈ ਦਲੀਲ ਹੈ ਖਤਮ ਹੈ ਇਹ ਨਾ ਫਿਰ ਕੀ ਸੰਬੰਧ 9 ਸਾਲ ਦਾ 7 ਸਾਲ ਦਾ ਦੁਰਮਤ ਦਾ ਰੰਗ ਤਾਂ ਸਿਆਣ ਹੋਵੇ ਤੇ ਚੜਦਾ ਕਬੀਰ ਕਹਿੰਦਾ ਜੈਸੀ ਉਪਜੀ ਪੇੜ ਤੇ ਜਦੋਂ ਉਹਦਾ ਜਨਮ ਹੋਇਆ ਤਾਂ ਜਿਹੜੀ ਬੁੱਧੀ ਦਾ ਫਿਰ ਤੋਂ ਟੁੱਟੇ ਸੀ ਜਦ ਨਾਲਾ ਕੱਟਿਆ ਦਾ ਜਾਂ ਨਾੜੂਆ ਕੱਟਿਆ ਜੇ ਬੁੱਧੀ ਹੋ ਗਈ ਉਸ ਸਾਹਮ ਲੈਂਦਾ ਕੋਈ ਗੁਰਮੁਖ ਇਹ ਤਾਂ 7 ਸਾਲ ਦੀ ਤਾਂ ਉਮਰ ਬਹੁਤ ਹੈ
ਜੇ ਤੈਸੀ ਨ ਮੈਂ ਓੜ, ਜੇ ਅਖੀਰ ਤੱਕ ਉਹ ਹੀ ਰਹੇ, ਇਹਦੇ ਤੇ ਦੁਰਮਤ ਦਾ ਰੰਗ ਨਾ ਚੜੇ, ਫਿਰ ਕੀ ਹੈ? ਇਹਦਾ ਦੁਰਮਤ ਦਾ ਰੰਗ ਲਾਉਣ ਨੂੰ ਟਾਈਮ ਲੱਗਦਾ, ਅਫਜ਼ਲ ਤਾਲਾ ਨੂੰ ਨਹੀਂ ਲੱਗਦਾ। खोज बूझ जब करत बेचारा, अफजल तरत का लग बारा। जो पहले ही बुद्धि निर्बल हो गए फिर नहीं लगता बहुत चिर, चल लगता दोबारा इन्हू निर्बल करने चल लगता, बलीड होगी बुद्धि। नहीं छोटू रे बाबा राम नाम फिर और पढ़ सो नहीं था। नहीं छोटू ने बाबा राम नाम यदि राम लोग छेड़ो, मेरा और पढ़ सुन नहीं था, मैं और कुछ पढ़ना आया ही नहीं। आया सुन पढ़ने को बाणी, मैं पढ़ नहीं आया और कुछ। आया गल्ला कई ने इत्थे नाल बोलदी है, इत्थे आके गल है वो कहना नहीं छोटू ने बाबा ना राम मेरा और पढ़ सो नहीं था। आया की गल सी, आया सुन पढ़ने को बाणी। जिन्ना चले गल ज्यादा नाल लगी जिद्दा लगे, आ पंक्ति नाल लगी ना, वो पंक्ति के नाल जोड़ती जिद्दा लाता। ऐ जिद्दे लाने सी, लब लब के जिद्दे लगने ने। खोज का मतलब है नखरा में कोई गुरमुख खोजे, जिद्दे लग जाने हिला के दिखावे कोई, करे किधर करूंगा अर्थ। कहना बाबा जी हाथ बड़े नाल मैंने कहना लगे नहीं है। कमरे अंदर कहते कहना कमरे की डाल दी है फिर कमरा जा कुटदा कुटदा भी ये देखदा ही है भी लग गया ਹੁੰਦਾ ही है, वो नहीं देखता भी मर गया ही ਹੁੰਦਾ कमरा जा ਹੁੰਦਾ वो बड़े ਨੂੰ भी कुटी ਜਾਂਦਾ। ये जो कच्चा होना है अंडे मर के कहो जाए, प्रसाद बुलाए बेग ताए। संडे वाले को बेग बुलाए, अंडे मर के कहो जाए, प्रसाद बुलाए बेग ताए। और सन्ना मर का नाम आ गया। सन्ना मर का क्यों नाम? सन्ना मार का ज्ञाने का सन्ना कहते ने इनू आ जरा होंगे ना झोटा, झोटे वाला ज्ञान है पुठा दुर्मत। आहो पुठा में भिड़ी जाए, विद्वान भिड़ते नहीं अपसूची, झोटे भी भिड़ते होंगे ने, झोटे दो कट्ठे हो भिड़ लग जाते हैं। चार बैठे रहने कभी नहीं भिड़ते, चार बैठे रहने कभी नहीं भिड़ते। वो देवता सामने कहते मुंडी थोड़ी झोटे वाली है, झोटे दो कट्ठे करते भिड़ते फिर। संडे मार का विद्वान जो होंगे संडा मार का ज्ञान होंगे इन्होंने नौ नहीं होता है, नौ खबीर ने रखे है। संडे संडे मर के और संडा संडा झोटे नू कहते संडा नहीं होता, उम्र सारी संडा नहीं बोलते पर वो संडा ही है। मैं कहा ना संडा संडा एक होता दुआ भी होता है ना भिड़े, वो है संडा बस में संडे मर के कहो जाए, राजे नू कह के शिकायत करती उन्हें राजे नू, प्रसाद बुलाए बेग ताए। हाँ कहते भी तुम इनू बुलाओ प्रहलाद नू समझाओ, तुम समझाओ, मैं तो कुछ कह नहीं रहा, राजा मुंडे थप्पड़ थोड़ी मार सकता हूँ, कूद थोड़ी सकता। कहे तो बनता नहीं बेग ताए जल्दी बेग ताए। जल्दी तू राम कहन की छोड़ बाण, तुझ तुरत छुड़ाऊं मेरो कहो बाण। हाँ तू राम कहन की छोड़ बाण, तुझ तुरत छुड़ाऊं मेरो कहो बाण। ਉਹਨੇ ਰਾਜੇ ਨੇ ਪਿਆਰਾ ਨੂੰ ਘੂਲਿਆ, ਰਾਜੇ ਨੇ ਸੰਡਾ ਮਰ ਕੇ ਕਹਿੰਦਾ ਵੀ ਤੂੰ ਐਂ ਕਹਿ ਦੇ ਆ ਜਿਹੜਾ ਰਾਮ ਹੈ ਰਾਮ ਰਾਮ ਕਹਿੰਦੇ ਛੱਡੇ, ਉਹ ਡਰਾਉਣ ਲੱਗੇ ਨਿਆਣੇ ਨੂੰ, ਮੇਰਾ ਕਿਹਾ ਬੋਲਦਾ ਤੂੰ। मेरा कहो बाण ਹਾਂ मुझ को कहा सतावो बार बार, प्रभ जल थल गिर गए पहाड़। ਉਹ ਛੋੜ ਵਿੱਚ ਕਰਦਾ ਰਿਹਾ, ਉਹ ਰਾਜੇ ਨੇ ਉਹਨੂੰ ਬੁਲਾ ਕੇ ਘੂਰਿਆ, ਰੋਹਿਤ ਮਾਏ को डराया धमकाया,
ਨਿਆਣੇ ਦਾ ਦੱਸੂਗਾ। मोह को कहा सतावो बार ਉਹ बार ਕਹਿੰਦਾ ਮੈਨੂੰ ਤੁਸੀਂ ਪਰੇਸ਼ਾਨ ਨਾ ਕਰੋ ਬਾਰ ਬਾਰ। ਇੱਕ ਗੱਲ ਜਿਹੜੀ ਮੈਂ ਕਹਿਤੀ प्रभ जल थल गिर किए पहाड़। ਜਿਹਨੇ ਜਲ ਥਲ ਔਰ ਪਹਾੜ ਬਣਾਏ ਨੇ ਉਹ ਕੌਣ ਹੈ? ਉਹ ਮੈਨੂੰ ਸਮਝਾ ਦਿਓ। ਬਾਅਦ ਦੇ ਵਿੱਚ ਹੋਰ ਗੱਲ ਕਰ ਲਿਓ। ਦੂਜੀ ਗੱਲ ਆਪਾਂ ਬਾਅਦ ਚ ਕਰਾਂਗੇ। ਇਹ ਗੱਲ ਮੇਰੀ ਪੜ੍ਹਾਈ ਜਿਹੜੀ ਮੇਰੀ ਆ ਵਿਚਾਲੇ ਪਈ ਆ। ਪੜ੍ਹਾਈ ਆੜ ਵਿਚਾਲੇ ਸੀ ਲੋਕ ਦੀ ਜੋ ਪੜ੍ਹ ਰਿਹਾ ਸੀ ਵਿਚਾਲੇ ਸੀ ਪੜ੍ਹਾਈ। ਉਹ ਕਹਿੰਦਾ ਜੇ ਤੁਸੀਂ ਪੜ੍ਹਾਉਣਾ ਜਿਹੜੀ ਵਿਚਾਲੇ ਪੜ੍ਹਾਈ ਪਹਿਲਾਂ ਪੂਰੀ ਕਰਾਓ ਮੇਰੀ। ਜਲ ਥਲ ਕੀ ਬਾਹਰ ਹਾਂ ਇਹਨੇ ਜਲ ਤੱਕ ਬਾਹਰ ਤੋਂ ਪਹਿਲਾਂ ਮੈਨੂੰ ਉਹ ਪੜ੍ਹਾ ਦੋ ਫਿਰ ਆਪਾਂ ਬਾਅਦ ਚ ਪੜ੍ਹ ਲਾਂਗੇ। ਉਹ ਕੌਣ ਪੜ੍ਹਾਵੇ ਕੌਣ? ਉਹ ਦੱਸੋ ਕੌਣ? ਉਹ ਸਰੀਰ ਆ ਕੇ ਪੜ੍ਹਾਈ ਵਿਚਾਲੇ ਨਹੀਂ ਮੈਂ ਛੱਡਣੀ ਹੈਗੀ। ਉਹ ਪੂਰੀ ਕਰਾ ਦੋ ਪੜ੍ਹਾਈ ਫਿਰ ਬਾਅਦ ਚ ਸਹੀ। ਪਤਾ ਇਹ ਪੰਡਤ ਨੂੰ ਮਾਰੇ ਮੈਂ ਤਾਂ ਪੜ੍ਹਾ ਨਹੀਂ ਸਕਦਾ। ਉਹ ਪੰਡਤ ਦੇ ਖਿਲਾਫ ਹੈ ਸਭ ਕੁਛ। पंडित का सब कुछ खिलाफ है। जे एक राजा भी ब्रह्म ज्ञानी हो जाए सारे जितने ऋषि मुनि सब जेल। एक राजा और ब्रह्म ज्ञानी रावण सारे जेल थे ऋषि मुनि। जे ब्रह्म ज्ञानी जितने राज पर बह गया सारे बंद जेल जाएंगे। एक भी बस अपराधी ने ਉਹਨੇ ਵੋਟਾਂ ਲੈਣੀਆਂ ਨੇ। ਉਹ ਰਾਜਾ ਜਦ ਬਣੂਗਾ ਉਹਨੂੰ ਪੂਰੀ ਸ਼ਕਤੀ ਹੋਊਗੀ। ਉਹਨੂੰ ਨਹੀਂ ਬਣਾਉਣਾ ਕਿਸੇ ਨੇ। ਰਾਜਾ ਨੇ ਉਹਨੂੰ ਬਣਾਉਣਾ ਕਿਸੇ ਨੇ। ਜਾਂ ਤਾਂ ਉਹ ਸ਼ਕਤੀ ਨਹੀਂ ਹੋਊਗੀ ਜਾਂ ਕੋਈ ਪਰਮੇਸ਼ਰ ਦੀ ਕਿਤਾਬ ਵਰਤੂਗੀ। ਪਬਲਿਕ ਜੀ ਹੋਊਗੀ ਸਾਰੀ। ਪਬਲਿਕ ਕਿਸੇ ਵਕਤ ਵੀ ਹੋ ਸਕਦੀ ਹੈ। ਹਵਾ ਦੁਖੀ ਹੋ ਕੇ ਸਰਕਾਰ ਤੋਂ ਦੁਖੀ ਹੋ ਕੇ ਅੱਗੇ ਰੈਵੋਲੂਸ਼ਨ ਆਏ ਨਹੀਂ। ਰਸ਼ੀਆ ਚ ਆਇਆ ਜੀ ਰੈਵੋਲੂਸ਼ਨ। रेवोल्यूशन से सामने नहीं कर सकते। रेवोल्यूशन गौरमेंट का सी गौरमेंट वो जानते नहीं सी। कम्युनिस्टा को धर्म नहीं सी या धर्म होंगे रेवोल्यूशन तो आ गया सी। सारी दुनिया के राज करने वाले पर उन्होंने को ज्ञान नहीं। वो धर्म के खिलाफ हो गया। जे कदा धर्म होंगे चीज च बस खत्म सी। सारे अजे मैं अब तो फिरता दवाई सारे मार दे चक के ठीक है नहीं सारे रावण ने ठीक किया सारे जेल रावण बुरा लिख रहे गुरबाणी बुरा कहती है। गुरबाणी तो काशी मतलब बुरा इन्हों दी बत्तां सारिया जिन्हें बत्तां ने सारिया बुरा कहती है गुरबाणी। जे गुरबाणी का राज होवे बुरे बने फिर जो बुरे बने इन्होंने जगह जेल होती है। अपन तो जान के है फिर संत नहीं पैदा होंगे खुदा फिर ये पैदा होंगे अपने आ जाते होंगे जेल से होंगे। जब तगड़ा सुनदार आ जाए आप सुधर जाते हैं। शरारती बड़े मोटे दिमाग खराब ये नहीं होंगे आप सुधर जाते हैं। जे लिहाजा करना फूलना फिर सारे बिगड़ जाते ना बिगड़े नहीं भी बिगड़ जाते हैं। चेत खोलना नहीं तो रह जाती है। फिर सख्ती भी नहीं मनते होंगे नहीं कितने सख्ती। हाँ जी एक राम छोटू गुनेगार भोगो आग जार भावे मार डार। मैनू तो चाहे जार दे एक राम ना छोटू चाहे मेरा कुछ भी कर मैं राम नहीं छड़ता। जे मैं राम छड़ता जो मेरा गुरु है जिसका मैं ज्ञान लिया है ਉਹਦੀ ਬਦਨਾਮੀ ਹੈ। ਗਾਲ ਦਾ ਬਦਲ ਉਹ ਗਾਲ ਇਹਨਾਂ ਨੇ ਕੀਤਾ ਹੈ ਪਰ ਮੇਰਾ ਗਿਆਨ ਉਹ ਗਲ ਜੂਗਾ। ਮੇਰੇ ਗੋਡੇ ਗਲ ਜਾਣਗੇ। ਗਾਲ ਦਾ ਮਤਲਬ ਗਲ ਜਾਣਾ ਹੁੰਦਾ। ਮੇਰੇ ਗਿਆਨ ਦਾ ਮੇਰਾ ਕਿਉਂ ਸਤਿਆਨਾਸ਼ ਕਰਦਾ ਤੂੰ ਇਹ ਕਹੋ। मेरे ज्ञान का जोड़ा है थोड़ा बहुत क्यों सत्यानाश करते बढ़िया ज्ञान की घटिया क्यों लड़ाते। जिम्मे आप दुध च कोई होर चीज ऐसी पा दीए क्योंकि बढ़िया चीज घटिया लड़ा दीए। मेरे सोने क्यों खोट रहा तू तेरा मेरे को ज्ञान खोट रहा खोट रहा
ਹਾਰ ਜਾ ਭਾਵੇਂ ਮਾਰਦਾ ਮਾਰ ਜਾ ਮੈਂ ਨਹੀਂ ਛੱਡਣਾ ਰੁਕਦਾ ਕਾੜ ਖੜਗ ਕੋਪਿਓ ਰੁਕੇ ਤੁਸੀਂ ਰੱਖਣ ਹਾਰੋ ਮੋਹੇ ਬਤਾਏ ਆ ਜਾਂਦੇ ਤਲਵਾਰ ਕਰ ਧਮਕਾਉਣ ਵਾਸਤੇ ਥੋੜੀ ਜਿਹੀ ਰਾਜਾ ਮਾਰਨ ਵਾਸਤੇ ਨਹੀਂ ਕਰੀ ਜਾਂਦੇ ਮਾਰ ਜਾਂਦੇ ਨੇ ਡਰਾਉਣ ਲੱਗ ਗਿਆ ਹੁਣ ਮੋਹੇ ਬਤਾਏ ਕਹਿੰਦਾ ਤੂੰ ਕਹਿੰਦਾ ਨਾ ਬੋਲ ਰੱਖਣ ਵਾਲਾ ਮੈਨੂੰ ਇਹ ਐਵੇਂ ਇਹਨਾਂ ਨੇ ਉਹ ਬਣਾਈਆਂ ਨੇ ਗੱਲਾਂ ਜਿਹੜਾ ਹੈਗਾ ਕਮ ਸੇ ਕਮ ਇਹਨਾਂ ਦਾ ਹੈ ਵੱਖਰੀ ਗੱਲ ਕਰਦਾ ਭਗਤ ਦੇ ਖਿਲਾਫ ਹੈ ਖੜਾ ਪਹਿਲਾਂ ਪੰਡਤ ਉਹ ਨਾਲ ਖੜਾ ਤੇ ਨਾ ਸੁਣ ਵਾਲਾ ਗੱਲ ਕਰਨੇ ਪੰਡਤ ਉਹ ਖੜਾ ਖੜਾ ਕਰਦੇ ਪੰਡਤ ਦਾ ਨਾਲ ਖੜਾ पंडित का कड़ा पंडित का भाई भगत के खिलाफ उकसा रहे राजे ਨੂੰ ਬੰਦ ਕਾਸ਼ੀ ਵਾਲਾ ਤੁਸੀਂ ਕਹਿੰਦੇ ਕਾਸ਼ੀ ਮੱਤ ਨੇ ਕੀਤਾ ਹੋਇਆ ਰਤਨਾਂ ਦੀ ਮੱਤ ਨਹੀਂ ਬਾਤ ਹੋਰ ਕੀ ਹੋਇਆ ਇਹਨਾਂ ਨੇ ਕਦੇ ਬੋਲ ਲਈ ਗੱਲ साखी कितों आ रही काशी में चेहरे वो पंडित था उन्हें खिलाफ खड़ा राजा ने उठा मार दे पुत्र को पंडित असल पंडित के खिलाफ है राजे के खिलाफ राजे का मुंडा ही राजे के कितों खिलाफ है राजे ने किया पंडित के खिलाफ है पंडित ने विचार के खिलाफ खड़ा हो पंडित पंडित ਨੂੰ ਹੋਰ ਪੜਾਈ ਪੜਾ ਰਿਹਾ ਉਹ ਪੜ੍ਹੀ ਰਿਹਾ ਰਾਜੇ ਨੂੰ ਕੀ ਪਤਾ ਵਿਚਾਰੇ ਨੂੰ ਵੀ ਗੱਲ ਕੀ ਹੈ ਵਿੱਚੋਂ ਸਿੰਧ ਫਰਦੇ ਨੇ ਗੁਰਮਤ ਦੇ ਕਾਸ਼ੀ ਮਤ ਦੇ ਸਿੱਧੇ ਸਿੰਧ ਫਰਦੇ ਨੇ ਉਹਨੇ ਕਲਾ ਸਿੰਧ ਭਗਤ ਦਾ ਫਸਿਆ ਹੋਇਆ ਉਹ ਕਹਿੰਦਾ ਕਾਸ਼ੀ ਪੜ੍ਹਨ ਭੇਜੇ ਦੱਸੋ ਕੀ ਕਰਾਂਗਾ ਕਿਹੜੀ ਕਰਾਂਗਾ ਕਹਿੰਦੇ ਨੇ और परिवार तो उसे चलती है साड़ी गल गल भी चलती है मर्जी उसे रात को चलती है राम जपो रहे ऐसे ऐसे राम जपो हर जैसे इन्होंने विसाखी उल्टी विसाखी उल्टी घड़ी इतने तो कोई साखी की है वो तो एक लत पार खड़ा किया गुरबाणी के देखो एडा शैतान ना बन दो जहरा देखो ये सच्ची बोली पर वो शैतान है कोई ठगदा ठगी मारू तुम उत्ते पड़ो असल सारे सिक्खी के गद्दार सी ना जो पंडित के बच्चे वो बन गए सिक्खी उधर आ गया रंजीत सिंह गद्दार उधर बंदा बाहर गद्दार तेर बुलिए गद्दार टोली गद्दार आ गई है ਜਿਹੜਾ ਖਾਲਸਾ ਸੀਗਾ ਉਹਦੇ ਨਾਲ ਉਹ ਸ਼ਾਸੀਅਤ ਵਾਲੀ ਬੋਲਾ ਸੁਣ ਪੁੱਛਦਾ ਕੋਈ ਨਹੀਂ ਗੇਡੀ ਵਾਲਾ ਜਨਮੇ ਵਾਲਾ ਹੋਰ ਗद्दार ਸਿੱਖੀ ਦਾ ਗद्दाਰਾਂ ਦੀ ਬਣਾਈ ਹੋਈ ਹੈ ਉੱਪਰ ਚੱਲਦਾ ਜਿਹਨੇ ਸੰਗਦਾਨ ਦੇ ਗੁਰੂ ਘਰ ਦਾ गद्दार ਸਿੱਖੀ ਕਿੱਥੇ ਰਹਿ ਨਹੀਂ ਤੁਹਾਡੇ ਕੋਲ ਉਹ ਦੱਸੋ जी गल झूठ है दसो दस दो कितने पंडित खड़ा है कितने ध्रुव खड़ा है ना प्रहलाद खड़ा है राजे उकसा रहा हो मेरी पढ़ाई नहीं बोलता है राजे ने कहता है भाई को पढ़ा ने उन्होंने पता भी सब जाएंगे मुंडा खड़ा है पढ़ गया उतो उनकी पता राजे नहीं तो की असर हो गया भगत हो माड़ी गल है जो अवतार होए ने उन्होंने पूजा करते हैं जे वो राजा बन जाता अवतार हो जाता वो तो बहुत बड़ा अवतार होता फिर भगत राज लैके पर उन्होंने की करना साढ़े वाली पढ़ाई बंद उन्होंने किसान कर अपना खतरा सी
ਗੁਰਮਤਿ ਦਾ ਵੀ ਇਹਨਾਂ ਨੂੰ ਆਪਣਾ ਖਤਰਾ ਹੈ। ਬਾਈਦਾਰੀ ਇਹਨਾਂ ਨਾਲ ਪੰਡਤ ਜੁੜ ਕੇ ਬਾਈਦਾਰੀ ਖਿਲਾਫ ਖੁਦ ਕੀਤੇ ਪੰਡਤ ਨੇ ਕੀਤੇ। ਪੰਡਤ ਦਾ ਕੁਛ ਨਹੀਂ ਹੁੰਦਾ, ਮੂਰਤੀ ਪੂਜਾ ਨਹੀਂ ਹੈ ਪੰਡਤ ਦੀ। ਉਹੀ ਕਹਿੰਦੇ ਬਾਈਦਾਰੀ ਨਹੀਂ ਛੱਡਦੀ ਰਸਮ ਪਾਸ਼ਾ ਦੀ ਵੀ ਜਿਹੜੇ ਪਾਉਣੀ ਨਾ ਮੂਰਤੀ ਪੂਜਾ ਕਰਨੀ ਦੇਣੀ, ਬਾਕੀ ਕੋਈ ਰੌਲਾ ਨਹੀਂ। ਉੱਪਰ ਛੱਡ ਲਓ ਸਿੱਖ ਬਣ ਗਏ। ਉਹ ਕਹਿੰਦਾ ਕਿਰਪਾਨ ਤਾਂ ਸਾਡੇ ਹੈ, ਹੋਰ ਕੋਈ ਰੌਲਾ ਨਹੀਂ। ਮੂਰਤੀ ਪੂਜਾ ਨਹੀਂ ਛੱਡੀ ਨਾ, ਅਸੀਂ ਨਹੀਂ ਛੱਡੋ। ਜਿਹਨੂੰ ਦਾ ਪੰਡਤ ਨਹੀਂ ਛੱਡੋ ਦਿੱਤਾ, ਉਹ ਜਿਹਨੂੰ ਦਾ ਤਾਂ ਗੁਰੂ ਰਿਹਾ ਨਹੀਂ ਫਿਰ। ਜਿਹਨੂੰ ਬੋਲਦਾ ਜੇ ਮੇਰੇ ਜਿਹਨੂੰ ਦਾ ਤਾਂ ਮੇਰੇ ਦਾ ਹੱਕ ਹੋਏਗਾ, ਉਹਦਾ ਪੰਡਤ ਅੜ ਗਿਆ ਤੇ ਤੁਸੀਂ ਨਾ ਕੰਮ ਚਲੇ ਜਾਓਗੇ। ਜਿਹਨੂੰ ਉਹਦਾ ਉਹ ਕਹਿੰਦਾ ਵੀ ਸਿੱਖੀ ਦੇ ਇੱਕ ਸਿੱਖੀ ਦੇ ਦੂਜੀ ਹੋਣੀ, ਜਿਹਨੂੰ ਦਾ ਹੈ ਬਰੋਬਰ ਤੁਸੀਂ ਸਿਖਾਉਣਾ ਨਹੀਂ। ਆਹ ਡਾਡਾ ਲੱਖ ਤੋਂ ਹੋ ਗਿਆ ਸੀ। ਪੰਡਤ ਕਦ ਹੱਕ ਸੀ ਇਹ ਮੱਤ ਦੇ ਹੱਕ ਚ ਕਦੇ ਪੜਤਾ ਰਿਹਾ ਨਹੀਂ ਗਾ ਕਦੇ ਵੀ। ਜੇ ਪੰਡਤ ਆਉਂਦਾ ਰਹੇ ਫਿਰ ਗੁਰਸਿੱਖ ਬਣ ਜੂ, ਫਿਰ ਬਣ ਜੂ ਮਨੀ ਸਿੰਘ ਨਾ ਮਤੀ ਦਾਸ, ਫਿਰ ਬਣੂ ਸਤੀ ਦਾਸ। ਤੇ ਪੰਡਤ ਆਊਗਾ ਉਹ ਭਗਤ ਬਣੂਗਾ, ਬੜਾ ਕਿਆ ਬਣੂਗਾ ਉਹ। ਜਿਵੇਂ ਹੈਗੇ ਨੇ ਪੰਡਤ ਭੱਟ ਨੇ ਸਾਰੇ, ਉਹਨੇ ਤਲੋਚਨ ਫਿਰ ਪੰਡਤ ਨਹੀਂ ਹੈ, ਫਿਰ ਗੁਰਮੁਖ ਹੈ। ਪੰਡਤ ਦਾ ਗੁਰਮੁਖ ਆਪਾਂ ਵਿਰੋਧੀ ਗੱਲਾਂ ਨੇ ਤੋਂ ਵਿਦਵਾਨ ਨਾਲ ਗੁਰਮੁਖ ਇੱਕ ਦੋ ਦੇ ਅੱਜ ਦਾ ਪਾਣੀ ਦਾ 180 ਡਿਗਰੀ ਦੇ ਹੋਣੇ ਨੇ ਦੋ, ਉਹਦੀ ਬੋਲੀ ਹੋਰ ਉਹਦੀ ਹੋਰ, ਉਹ ਸਾਰੀ ਡਰਾਕਾਰੀ ਦੋਨੋਂ ਇਕੱਠੇ ਕਿਵੇਂ ਕਰ ਦੂਗੇ। ਇਹ ਪੰਡਤ ਨਹੀਂ ਰਹੇ ਜਿਹੜੀ ਪੀੜੀ ਮੇਰੀ ਹੈ, ਪੰਡਤ ਦੀ ਬੋਲਦੇ ਹੈ। ਆ ਪੀੜੀ ਵਾਲਾ ਕਹਿੰਦਾ ਪ੍ਰਹਲਾਦ ਦਾ, ਪ੍ਰਹਲਾਦ ਵੀ ਕਹਿ ਰਿਹਾ ਉਹ ਪ੍ਰਹਲਾਦ ਪੀੜੀ ਦੀ ਗੱਲ ਕਰ ਰਿਹਾ, ਉਹ ਨਾਲ ਪੀੜੀ ਬੁਲਾ ਰਿਹਾ, ਪੜਾਈ ਬਣ ਰਾਜਾ ਬਣ ਗਿਆ। ਉਹ ਕਹਿੰਦਾ ਕੋਈ ਨਹੀਂ ਪ੍ਰਹਲਾਦ ਦਾ, ਉਹ ਕਹਿੰਦਾ ਮੇਰੀ ਵਾਲੀ ਪੜਾਈ ਦੀ ਵਾਲੀ ਮੈਂ ਪੜ੍ਹਨੀ, ਮੇਰੀ ਵਾਲੀ ਪੜ੍ਹਨੀ, ਮੇਰੀ ਵਾਲੀ ਪੜਾਈ ਵਾਲਾ ਰਾਜ ਨਹੀਂ ਕਰ ਸਕਦਾ। ਮੇਰੀ ਪੜਾਈ ਕਾ ਕਰੋ, ਜਿਹੜੀ ਪੜਾਈ ਉਹ ਕਦ ਪੜੇ ਕਿ ਗੁਰੂ ਮਹਾਰਾਜ ਨਹੀਂ ਕਰ ਸਕਦਾ ਨਾ ਵਧੀਆ ਕਰ ਸਕਦਾ। ਇਹ ਕੀ ਗੱਲ ਕਿ ਗੁਰੂ ਨਾਨਕ ਕੋਲ ਜਾਂਦੀ ਹੈ ਨਾ, ਜਿੱਦਾਂ ਕਿਹੜਾ ਆਦਮੀ ਜਿਹਦੇ ਕੋਲ ਭਗਤੋਂ ਰਾਜ ਥੋੜੀ ਪੜਾਈ ਕਾ ਬਣੀ ਹੋਈ, ਉਹਦੀ ਪੜਾਈ ਕੀ ਹੈ ਦੀ ਕੋਈ ਲੋੜ ਨਹੀਂ। ਉਹ ਤੇ ਮਾਇਆ ਪ੍ਰਦਾਨ ਹਾਂਜੀ ਖੜਕ ਤੁਝ ਰੱਖਣ ਹਾਰੋ ਉਹ ਵੀ ਬਤਾਏ ਕਾਲ ਖਾਲੇ ਖੁਸ਼ਰ ਸਾਰੇ ਤਲਵਾਰ ਖਾਲੇ ਨਹੀਂ ਗੁੱਸੇ ਨਾਲ ਕਰ ਵੀ ਦੇਖ ਰਹੇ ਤੂੰ ਕਹਿੰਦਾ ਸਾਰੇ ਉਹ ਬੇਸ਼ਰ ਦੇਖ ਰਿਹਾ ਤੈਨੂੰ ਕੌਣ ਬਚਾਉਂਦਾ। ਸਭ ਤੇ ਨਿਕਸੇ ਤਾਰ